एक जिहड़ी नवीं चीज सानू मिलदी आ ਉਹ सानू नवे नियम ਦੇ ਵਿੱਚ भी मिलती आ और सानू पुराने नियम ਦੇ ਵਿੱਚ भी मिलती आ और वो है वर्स 14 चैप्टर 14 और उसमें पहलियां 2 आयतां मैं पढ़ दूं। याद रखो तुसी प्रभु अपने परमेश्वर की संतान हो, इसलिए ਜਦੋਂ ਤੁਸੀਂ ਕਿਸੇ ਮਰੇ ਮਨੁੱਖ ਦੇ ਲਈ ਸੋਗ ਕਰੋ ਤਾਂ ਤੁਸੀਂ ਆਪਣੇ ਆਪ ਨੂੰ ਕਿਸੇ ਤਰ੍ਹਾਂ ਦੇ ਨਾਲ ਜ਼ਖਮੀ ਨਾ ਕਰਨਾ ਅਤੇ ਨਾ ਹੀ ਆਪਣੇ ਸਿਰ ਅਤੇ ਪ੍ਰਵੱਟਿਆਂ ਨੂੰ ਮੁੰਨਣਾ। ਤੁਸੀਂ ਪ੍ਰਭੂ ਆਪਣੇ ਪਰਮੇਸ਼ਵਰ ਦੇ ਲਈ ਪਵਿੱਤਰ ਲੋਕ ਹੋ ਕਿਉਂਕਿ ਉਸਨੇ ਤੁਹਾਨੂੰ ਆਪਣੇ ਲਈ ਆਪਣੇ ਹੋਣ ਦੇ ਲਈ ਧਰਤੀ ਦੇ ਸਭ ਲੋਕਾਂ ਦੇ ਵਿੱਚੋਂ ਚੁਣ ਲਿਆ ਹੈ। ਇਸ ਅਮਾਊਂਟ ਅਗਰ ਅਸੀਂ ਨੂੰ ਦੇਖੀਏ ਇਸ ਅ ਲੋਟ दोवां आयतां दे ते सब तो पहला चुनाव है जिहड़ा प्रभु दा और असीं जिस वेले प्रभु नूं पुछया गया सी प्रभु यसू मसीह नूं भी ये सवाल पूछा गया सी, सदूकियां ने सवाल पूछा सी। तो असीं वो 2 हिस्सिਆਂ ਦੇ ਵਿੱਚ ਜਾਵਾਂਗੇ। तो किहड़ा है मैं 35 सो मेरे नाल तुसीं मत्ती ਦੇ ਵਿੱਚ आ जाओ। मत्ती दा मत्ती दा 22वां भाव लिख भी लो इत्थे मैथ्यू चैप्टर 22 और वर्स हैगी आ 23 आयत तो लैके असी 33 आयत तक पढ़ांगे। मैं पढ़ दिया पास्टर जी। यस मेरी बहन। पुनरुत्थान संबंधी प्रश्न। उसे दिन कुछ सदूकी यीशु कोल आए। सदूकी पुनरुत्थान ਵਿੱਚ ਵਿਸ਼ਵਾਸ ਨਹੀਂ ਰੱਖਦੇ ਹਨ। ਉਹਨਾਂ ਨੇ ਯੀਸ਼ੂ ਨੂੰ ਕਿਹਾ, ਗੁਰੂ ਜੀ मूसा ਨੇ ਕਿਹਾ ਹੈ ਜੇਕਰ ਕੋਈ ਆਦਮੀ ਬੇਔਲਾਦ ਮਰ ਜਾਵੇ ਤਾਂ ਉਸ ਦਾ ਭਰਾ ਉਸ ਆਦਮੀ ਦੀ ਵਿਧਵਾ ਨਾਲ ਵਿਆਹ ਕਰ ਅਤੇ ਉਹ ਆਪਣੇ ਭਰਾ ਲਈ ਸੰਤਾਨ ਪੈਦਾ ਕਰੇ। ਪਰ ਸਾਡੇ ਇੱਥੇ ਭਰਾ ਰਹਿੰਦੇ ਹਨ। ਸਭ ਤੋਂ ਵੱਡੇ ਨੇ ਵਿਆਹ ਕੀਤਾ ਪਰ ਉਹ ਬੇਔਲਾਦ ਹੀ ਰਿਹਾ ਅਤੇ ਮਰ ਗਿਆ। ਉਹ ਆਪਣੀ ਵਿਧਵਾ ਆਪਣੇ ਭਰਾ ਦੇ ਲਈ ਛੱਡ ਗਿਆ। ਇਹੋ ਹਾਲ ਦੂਜੇ ਅਤੇ ਤੀਜੇ ਭਰਾ ਦਾ ਹੋਇਆ। ਅੰਤ ਸੱਤੇ ਇਸੇ ਤਰ੍ਹਾਂ ਮਰ ਗਏ। ਇਹਨਾਂ ਸਾਰਿਆਂ ਦੇ ਪਿੱਛੋਂ ਉਹ ਔਰਤ ਵੀ ਮਰ ਗਈ। ਹੁਣ ਜਦੋਂ ਸਾਰੇ ਮੁਰਦੇ ਜੀ ਉੱਠਣਗੇ ਉਹ ਔਰਤ ਕਿਸ ਦੀ ਪਤਨੀ ਹੋਵੇਗੀ ਕਿਉਂਕਿ ਸਭਨਾਂ ਨੇ ਉਸ ਨਾਲ ਵਿਆਹ ਕੀਤਾ ਸੀ। ਯਿਸੂ ਨੇ ਉੱਤਰ ਦਿੱਤਾ, ਤੁਸੀਂ ਕਿੰਨੀ ਭੁੱਲ ਕਰ ਰਹੇ ਹੋ। ਇਸ ਲਈ ਕਿ ਨਾ ਤਾਂ ਤੁਸੀਂ ਗ੍ਰੰਥਾਂ ਨੂੰ ਜਾਣਦੇ ਹੋ ਅਤੇ ਨਾ ਹੀ ਪਰਮੇਸ਼ਰ ਦੀ ਸ਼ਕਤੀ ਨੂੰ, ਕਿਉਂਕਿ ਪੁਨਰ ਉਥਾਨ ਸਮੇਂ ਆਦਮੀਆਂ ਅਤੇ ਔਰਤਾਂ ਵਿੱਚ ਵਿਆਹ ਨਹੀਂ ਹੁੰਦਾ, ਸਗੋਂ ਸਵਰਗ ਦੂਤਾਂ ਵਰਗੇ ਹੁੰਦੇ ਹਨ। ਰਹੀ ਮੁਰਦਿਆਂ ਦੇ ਜੀ ਉੱਠਣ ਦੀ ਗੱਲ, ਕੀ ਤੁਸੀਂ ਕਦੀ ਪੜ੍ਹਿਆ ਨਹੀਂ ਹੈ? ਪਰਮੇਸ਼ਰ ਨੇ ਤੁਹਾਨੂੰ ਕਿਹਾ ਸੀ, ਮੈਂ ਅਬਰਾਹਮ ਦਾ ਪਰਮੇਸ਼ਰ, ਇਸਹਾਕ ਦਾ ਪਰਮੇਸ਼ਰ ਅਤੇ ਯਾਕੂਬ ਦਾ ਪਰਮੇਸ਼ਰ ਹਾਂ। ਇਸ ਲਈ ਉਹ ਮੁਰਦਿਆਂ ਦਾ ਪਰਮੇਸ਼ਰ ਨਹੀਂ ਸਗੋਂ ਜਿਉਂਦਿਆਂ ਦਾ ਹੈ। ਜਦੋਂ ਭੀੜ ਦੇ ਲੋਕਾਂ ਨੇ ਇਹ ਸੁਣਿਆ ਤਾਂ ਉਹ ਸਭ ਯਿਸੂ ਦੀ ਸਿੱਖਿਆ ਤੋਂ ਹੈਰਾਨ ਰਹਿ ਗਏ। ਆਮੇਨ। ਸੋ ਅਸੀਂ ਕੀ ਲਿਖਦੇ ਪਏ ਆ ਕਿ ਇੱਥੇ ਸਾਨੂੰ ਇਹ ਦੱਸਿਆ ਗਿਆ ਔਰ ਇਹੋ ਹੀ ਕਾਰਨ ਆ ਜਿਹੜਾ 14ਵੇਂ ਭਾਗ ਦੇ ਵਿੱਚ 2 ਆਇਤਾਂ ਜਿਹੜੀਆਂ ਹੈਗੀਆਂ ਕਿ ਤੁਸੀਂ ਪਰਮੇਸ਼ਵਰ ਦੀ ਸੰਤਾਨ। ਅਬਰਾਹਮ ਉਸਨੇ ਕਿਹਾ ਕਿ ਜਿਸ ਵੇਲੇ ਵੀ ਉਹ ਕਹਿੰਦਾ ਸੀਗਾ ਤੇ ਉਸਨੇ ਸਾਨੂੰ ਅਬਰਾਹਮ, ਆਇਜ਼ਕ और याकूब की संतान किया और हमेशा प्रेजेंट टेंस दे प्रभु ने गल की। प्रभु ने कभी भी जेड़ी गल आ वो पास्ट में मैं उसका परमेश्वर हाँ ये नहीं क्या मैं उन्होंने परमेश्वर भी सी, जेड़ा ध्यान रखने योग गल आ। सो जिस वेले असी मत्ती दे 22वें भाग दे विच गए हां ਤਾਂ ਉੱਥੋਂ ਸਾਨੂੰ ਸਾਡੀ ਸਦੀਪਕ ਜ਼ਿੰਦਗੀ ਦੇ ਬਾਰੇ ਪਤਾ ਲੱਗਾ ਕਿ ਬੇਸ਼ੱਕ ਅਸੀਂ ਧਰਤੀ ਦੀਆਂ ਪੋਥੀਆਂ ਦੇ ਵਿੱਚ ਸਾਨੂੰ ਇਹ ਕਹਿਣਾ ਸ਼ੁਰੂ ਕਰ ਦੇਣਾ ਕਿ ਉਹ ਸੀ ਹਰਿੰਦਰ ਸਹੋਤਾ ਇੱਥੇ ਰਹਿੰਦਾ ਸੀ, ਲੇਕਿਨ ਪ੍ਰਭੂ ਦੀ ਨਜ਼ਰ ਦੇ ਵਿੱਚ ਹਰਿੰਦਰ ਸਹੋਤਾ ਉੱਥੇ ਉਹਦੇ ਘਰ ਆ ਕਿਉਂਕਿ ਉਹਦੀ ਸੰਤਾਨ ਆ। ਮਸੀਹ ਦੇ ਵਿੱਚ ਉਸਨੇ मैनू अपनी संतान बनाया और मैनू सदा का जीवन दिता। सो मैं परमेश्वर की हजूरी दे विच, परमेश्वर जदों भी हरिंदर सहोता दे बारे गल करेगा
ਉਹ ਕਦੀ ਵੀ ਇਹ ਨਹੀਂ ਕਿ ਮੈਂ ਹਰਿੰਦਰ ਸਹੋਤਾ ਦਾ ਪਰਮੇਸ਼ਵਰ ਸੀ, ਉਹ ਕਹੇਗਾ ਮੈਂ ਹਰਿੰਦਰ ਸਹੋਤਾ ਦਾ ਪਰਮੇਸ਼ਵਰ ਹਾਂ। ਅੱਜ ਤੋਂ 200 ਸਾਲ ਬਾਅਦ ਵੀ ਇੱਕ ਗੱਲ ਕਰੇਗਾ तो इस तरह ही गल करेगा, क्योंकि हरिंदर सहोता प्रभु की हजूरी दे विच पहुंच गया। ठीक, सो हुण आपां आने आ इत्थे दूसरी आयत लिख लो, पहला थेसलुनीकियां उसका चौथा भाग, फर्स्ट थेसलोनियंस चैप्टर 4 ओदी 13 तो 18 आयत जिसनूं मिल जाए। पन्ना जरूर दस, और पन्ना हैगा इसका 376, 13 तो लैके 18। हाँ जी, मैं पढ़ती हूँ ब्रदर जी। मेरी भैन मौत ਦੀ ਨੀਂਦ ਸੌਣ ਵਾਲਿਆਂ ਸੰਬੰਧੀ ਭਰਾਵੋ, ਅਸੀਂ ਨਹੀਂ ਚਾਹੁੰਦੇ ਹਾਂ ਕਿ ਤੁਸੀਂ ਇਸ ਬਾਰੇ ਵੀ ਅਣਜਾਣ ਰਹੋ। ਉਹਨਾਂ ਲਈ ਤੁਹਾਨੂੰ ਉਸ ਤਰ੍ਹਾਂ ਰੋਣਾ ਧੋਣਾ ਨਹੀਂ ਚਾਹੀਦਾ ਹੈ ਜਿਸ ਤਰ੍ਹਾਂ ਕਿ ਬਾਕੀ ਦੇ ਆਮ ਲੋਕੀ ਕਰਦੇ ਹਨ, ਜਿਨ੍ਹਾਂ ਨੂੰ ਅੱਗੇ ਦੀ ਕੋਈ ਉਮੀਦ ਨਹੀਂ ਹੈ। ਸਾਡਾ ਵਿਸ਼ਵਾਸ ਹੈ ਕਿ ਯਿਸੂ ਮਰ ਗਿਆ ਸੀ, ਪਰ ਉਹ ਫੇਰ ਵੀ ਜੀ ਉੱਠਿਆ ਸੀ। ਬਸ ਇਸੇ ਤਰ੍ਹਾਂ ਉਹਨਾਂ ਨਾਲ ਵੀ ਹੋਵੇਗਾ ਜੋ ਮਸੀਹ ਦੀ ਸੰਗਤ ਵਿੱਚ ਹੋ ਕੇ ਮਰੇ ਸਨ। ਪਰਮੇਸ਼ਵਰ ਉਹਨਾਂ ਨੂੰ ਵੀ ਮਸੀਹ ਦੀ ਸੰਗਤ ਵਿੱਚ ਹੀ ਜ਼ਿੰਦਾ ਕਰੇਗਾ। ਇਹ ਜੋ ਕੁਝ ਅਸੀਂ ਕਹਿ ਰਹੇ ਹਾਂ, ਇਹ ਪ੍ਰਭੂ ਦੇ ਆਪਣੇ ਸ਼ਬਦ ਹਨ। ਅਸੀਂ ਜੋ ਉਸ ਸਮੇਂ ਤੱਕ ਜ਼ਿੰਦਾ ਰਹਾਂਗੇ, ਜਦੋਂ ਤੱਕ ਪ੍ਰਭੂ ਦੁਬਾਰਾ ਆਵੇਗਾ, ਤਾਂ ਅਸੀਂ ਪਹਿਲਾਂ ਮਰ ਚੁੱਕੇ ਲੋਕਾਂ ਤੋਂ ਉੱਤਮ ਨਹੀਂ ਸਮਝੇ ਜਾਵਾਂਗੇ। ਉਸ ਸਮੇਂ ਇੱਕ ਜ਼ੋਰਦਾਰ ਹੁਕਮ ਹੋਵੇਗਾ, ਜਿਸ ਦੇ ਨਾਲ ਹੀ ਪ੍ਰਮੁੱਖ ਸਵਰਗਦੂਤ ਦੀ ਆਵਾਜ਼ ਸੁਣਾਈ ਦੇਵੇਗੀ ਅਤੇ ਪਰਮੇਸ਼ਵਰ ਦਾ ਬਿਗਲ ਫੂਕਿਆ ਜਾਵੇਗਾ। ਤਦ ਪ੍ਰਭੂ ਆਪ ਸਵਰਗ ਤੋਂ ਉਤਰੇਗਾ। ਉਸ ਸਮੇਂ ਜੋ ਮਸੀਹ ਦੀ ਸੰਗਤ ਵਿੱਚ ਹੋ ਕੇ ਮਰੇ ਸਨ, ਉਹ ਪਹਿਲਾਂ ਜੀ ਉੱਠਣਗੇ। ਫਿਰ ਅਸੀਂ ਵੀ ਉਹਨਾਂ ਦੇ ਨਾਲ ਬੱਦਲਾਂ ਤੇ ਹਵਾ ਵਿੱਚ ਹੀ ਪ੍ਰਭੂ ਦੇ ਸਵਾਗਤ ਲਈ ਚੁੱਕ ਲਏ ਜਾਵਾਂਗੇ। ਇਸ ਤਰ੍ਹਾਂ ਅਸੀਂ ਹਮੇਸ਼ਾ ਤੱਕ ਪ੍ਰਭੂ ਦੀ ਸੰਗਤ ਵਿੱਚ ਰਹਾਂਗੇ। ਤੁਸੀਂ ਸਭ ਇੱਕ ਦੂਜੇ ਨੂੰ ਇਹਨਾਂ ਸ਼ਬਦਾਂ ਨਾਲ ਧੀਰਜ ਦੇਵੋ। ਇੱਕ ਦੂਸਰੇ ਨੂੰ ਇਹਨਾਂ ਸ਼ਬਦਾਂ ਦੇ ਨਾਲ ਧੀਰਜ ਦੇਵੋ। ਸੋ ਹੁਣ ਅਗਰ ਇਸ ਦੇ ਨਾਲ ਤੁਸੀਂ ਲਿਖ ਸਕਦੇ ਆ ਸਾਮ 90, ਜ਼ਬੂਰ 90 ਤੇ ਸਾਮ 23, ਇਹ 5 ਹਿੱਸੇ ਤੁਹਾਡੇ ਕੋਲ ਹੋ ਗਏ ਪ੍ਰਭੂ ਦੇ। ਸੋ ਅਗਰ ਤੁਹਾਡੇ ਵਿੱਚੋਂ ਜਿਹੜੇ ਭੈਣ ਭਰਾ ਪ੍ਰਭੂ ਦਾ ਵਚਨ ਸਿਖਾਉਂਦੇ ਆ, ਅਗਰ ਤੁਸੀਂ ਜਿੱਥੇ ਕਦੇ ਅਫਸੋਸ ਕਰਨ ਗਏ ਆ, ਇਹ ਔਰ ਉਹ ਇਨਸਾਨ ਪ੍ਰਭੂ ਦੇ ਵਿੱਚ ਹੋ ਕੇ ਗਿਆ ਆ, ਤੇ ਇਹ ਪ੍ਰਭੂ ਦੇ ਵਾਅਦੇ ਆ ਜਿਹੜੇ ਯਾਦ ਕਰਾਏ ਜਾ ਸਕਦੇ। ਸਾਮ 90 ਦੇ ਵਿੱਚ ਵੀ ਸਾਡੇ ਜੀਵਨ ਦਾ ਛੋਟਾਪਨ ਦੱਸਿਆ ਗਿਆ। ਸਾਮ 23 ਦੇ ਐਂਡ ਦੇ ਵਿੱਚ ਜਿਹੜੀ ਲਾਸਟ ਵਰਸ ਆ, ਉਹ ਇਹ ਕਹਿੰਦੀ ਆ ਕਿ I will dwell in the house of the Lord forever, ਮੈਂ ਪ੍ਰਭੂ ਦੇ ਘਰ ਦੇ ਵਿੱਚ ਹਮੇਸ਼ਾ ਤੱਕ ਵਾਸ ਕਰਾਂ। ਸੋ ਇਹਦੇ ਨਾਲ ਤੁਸੀਂ ਸਾਮ 23 ਤੇ ਸਾਮ 91 ਲਿਖ ਸਕਦੇ। ਉਹ ਤੁਸੀਂ ਹੁਣ ਆਪਣੇ ਸਮੇਂ ਦੇ ਵਿੱਚ ਪੜ੍ਹ ਲਓ। ਇਹ ਅਸੀਂ 3 ਚੀਜ਼ਾਂ ਦੇਖ ਲਈਆਂ। ਸੋ ਅਸੀਂ ਜਿਹੜੀਆਂ ਆਇਤਾਂ ਇੱਥੇ ਦੇਖ ਕੇ ਫਟੇ ਹਾਂ 14ਵੇਂ ਭਾਵ ਦੇ ਵਿੱਚ, ਇਹ 14ਵੇਂ ਭਾਵ ਦੇ ਵਿੱਚ ਸਾਨੂੰ ਇਹਨਾਂ ਆਇਤਾਂ ਦੇ ਨਾਲ ਇਹ ਦੱਸਿਆ ਗਿਆ ਕਿ ਨੰਬਰ 1 ਤੇ ਤੁਹਾਡਾ ਜਿਹੜਾ ਜਿੱਥੇ ਉਹ ਆਏ ਸੀਗੇ, ਜਿੱਥੋਂ ਉਹ ਆਏ ਸੀਗੇ, ਉੱਥੇ ਵੀ ਜਿਹੜਾ ਰੋਣਾ ਧੋਣਾ ਹੁੰਦਾ ਸੀ, ਉਹ 40 ਦਿਨ ਰੋਣਾ ਧੋਣਾ ਚੱਲਦਾ ਰਹਿੰਦਾ ਸੀ। 40 ਦਿਨ ਤੱਕ ਜਿਹੜੇ ਉਹ ਘਰ ਦੇ ਸਾਰੇ ਆਪਣੇ ਬਾੜ ਮਨਾ ਲੈਂਦੇ ਸੀਗੇ, ਔਰ ਉਹ ਜਿਹੜੀ ਅਰਥੀ ਵੀ ਚੱਲਦੀ ਸੀ, ਉਹਦੇ ਮੂਹਰੇ ਵੀ ਛਾਪਾ ਚੱਲ ਰਿਹਾ ਹੁੰਦਾ ਸੀ, ਇੱਕ ਤਰ੍ਹਾਂ ਦਾ ਪ੍ਰੋਸੈਸ਼ਨ ਚੱਲ ਰਿਹਾ ਹੁੰਦਾ ਸੀ, ਔਰ ਏਦਾਂ ਦੇ ਉਹ ਕੰਮ ਕਰਦੇ ਸੀ। ਆਪਣੇ ਸਰੀਰਾਂ ਨੂੰ ਕੱਟ ਲੈਂਦੇ ਸੀਗੇ, ਆਪਣਾ ਖੂਨ ਬਹਾਉਂਦੇ ਸੀਗੇ, ਏਦਾਂ ਦੇ ਕੰਮ ਕਰਦੇ ਸੀ। ਉਹ ਕਹਿੰਦੇ ਕਿ ਤੁਸੀਂ ਏਦਾਂ ਦੇ ਕੰਮ ਨਹੀਂ ਕਰਨੇ, ਕਿਉਂਕਿ ਤੁਸੀਂ ਪਰਮੇਸ਼ਵਰ ਦੀ ਸੰਤਾਨ, ਯੂ ਆਰ ਦ ਪੀਪਲ ਵਿਦ ਹੋਪ। ਤੁਸੀਂ ਉਮੀਦ ਵਾਲੇ ਲੋਕ, ਤੁਹਾਡੇ ਕੋਲ ਇੱਕ ਉਮੀਦ, ਤੁਹਾਡੇ ਕੋਲ ਇੱਕ ਉਮੀਦ ਸੀ। ਜਿਸ ਵੇਲੇ ਤੁਸੀਂ ਫੈਰੋ ਦੇ ਉੱਥੇ ਮਿਸਰ ਦੇ ਵਿੱਚ ਕੈਦੀ ਸੀ, ਉੱਥੇ ਇੱਕ ਉਮੀਦ ਸੀ ਕਿ ਸਾਡੇ ਪੁਰਖੇ ਦੇ ਨਾਲ ਵਾਅਦਾ ਕੀਤਾ ਗਿਆ ਕਿ 400 ਸਾਲ ਬਾਅਦ ਸਾਨੂੰ ਇੱਥੋਂ ਲੈ ਕੇ ਜਾਇਆ ਜਾਏਗਾ ਔਰ ਸਾਨੂੰ ਵਾਅਦੇ ਦੀ ਧਰਤੀ ਦਿੱਤੀ ਜਾਏਗੀ। ਔਰ ਅੱਜ ਤੁਹਾਡੀ ਉਹ ਉਮੀਦ ਪੂਰੀ ਹੋ ਗਈ। ਤੁਸੀਂ ਉਸ ਉਮੀਦ ਦੇ ਸਹਾਰੇ ਆਪਣੇ ਵਿਸ਼ਵਾਸ ਨੂੰ ਫੜ ਕੇ ਬੈਠੇ ਹੋ ਸੀ, ਔਰ ਅੱਜ ਉਹ ਉਮੀਦ ਤੁਸੀਂ ਪੂਰੀ ਹੁੰਦੀ ਦੇਖਦੇ ਪਏ, ਔਰ ਇਸੇ ਤਰ੍ਹਾਂ ਇਹ ਉਮੀਦ ਵੀ ਤੁਹਾਡੀ ਪੂਰੀ ਹੋਈ।
ਇਹ ਨਵੀਂ ਚੀਜ਼ ਅਸੀਂ ਇਹਦੇ ਵਿੱਚ ਦੇਖੀ ਹੈ। ਸੋ ਡਿਊਟਰੋਨੋਮੀ ਚੈਪਟਰ 14 ਅਸੀਂ ਹੁਣ 3 ਆਇਤ ਤੋਂ ਲੈ ਕੇ 3 ਆਇਤ ਤੋਂ ਲੈ ਕੇ ਅਸੀਂ 21 ਆਇਤ ਤੱਕ ਪਹਿਲਾਂ ਦੇਖਾਂਗੇ। ਮੈਂ ਪੜ੍ਹਦੀ ਹਾਂ ਜੀ। ਸ਼ੁੱਧ ਅਤੇ ਅਸ਼ੁੱਧ ਜਾਨਵਰ। ਤੁਸੀਂ ਕੋਈ ਘਿਨਾਉਣੀ ਚੀਜ਼ ਨਾ ਖਾਣਾ। ਤੁਸੀਂ ਇਹਨਾਂ ਜਾਨਵਰਾਂ ਦਾ ਮਾंस ਖਾ ਸਕਦੇ ਹੋ। ਬਲਦ, ਭੇਡ ਅਤੇ ਬੱਕਰੀ, ਹਰ ਪ੍ਰਕਾਰ ਦਾ ਹਿਰਨ, ਜੰਗਲੀ ਬੱਕਰਾ, ਸਾਂਭਰ, ਜੰਗਲੀ ਸਾਨ ਅਤੇ ਪਹਾੜੀ ਭੇਡ। ਬਾਕੀ ਜਾਨਵਰਾਂ ਵਿੱਚੋਂ ਉਹਨਾਂ ਸਭ ਜਾਨਵਰਾਂ ਦਾ ਮਾंस ਖਾ ਸਕਦੇ ਹੋ ਜਿਨ੍ਹਾਂ ਦੇ ਖੁਰ ਪਾਟੇ ਹੋਣ ਅਤੇ ਜੋ ਅਗਾਲੀ ਵੀ ਕਰਦੇ ਹੋਣ। ਸੋ ਤੁਸੀਂ ਉਸ ਕਿਸੇ ਜਾਨਵਰ ਦਾ ਮਾंस ਨਾ ਖਾਣਾ ਜੋ ਅਗਾਲੀ ਤਾਂ ਕਰਦਾ ਹੋਵੇ ਪਰ ਉਸ ਦੇ ਖੁਰ ਪਾਟੇ ਨਾ ਹੋਣ, ਜਾਂ ਉਸ ਦੇ ਖੁਰ ਤਾਂ ਪਾਟੇ ਹੋਣ ਪਰ ਉਹ ਅਗਾਲੀ ਨਾ ਕਰਦਾ ਹੋਵੇ। ਤੁਸੀਂ ਊਠ, ਸਹਿ ਜਾਂ ਪਹਾੜੀ ਸਹਿ ਦਾ ਮਾंस ਨਾ ਖਾਣਾ। ਇਹਨਾਂ ਨੂੰ ਤੁਸੀਂ ਅਸ਼ੁੱਧ ਸਮਝਣਾ ਕਿਉਂਕਿ ਇਹ ਅਗਾਲੀ ਤਾਂ ਕਰਦੇ ਹਨ ਪਰ ਇਹਨਾਂ ਦੇ ਖੁਰ ਪਾਟੇ ਹੋਏ ਨਹੀਂ ਹਨ। ਇਸੇ ਤਰ੍ਹਾਂ ਤੁਸੀਂ ਸੂਰ ਦਾ ਮਾंस ਨਾ ਖਾਣਾ ਕਿਉਂਕਿ ਇਸ ਦੇ ਖੁਰ ਤਾਂ ਪਾਟੇ ਹੋਏ ਹਨ ਪਰ ਇਹ ਅਗਾਲੀ ਨਹੀਂ ਕਰਦਾ ਹੈ। ਇਹਨਾਂ ਅਸ਼ੁੱਧ ਜਾਨਵਰਾਂ ਦੀਆਂ ਲੋਥਾਂ ਤੱਕ ਵੀ ਨਾ ਤੁਸੀਂ ਛੂਹਣਾ। ਪਾਣੀ ਵਿੱਚ ਰਹਿਣ ਵਾਲੀਆਂ ਚੀਜ਼ਾਂ ਵਿੱਚੋਂ ਵੀ ਤੁਸੀਂ ਉਹ ਸਭ ਖਾ ਸਕਦੇ ਹੋ ਜਿਨ੍ਹਾਂ ਦੇ ਖੰਭ ਅਤੇ ਚਾਨੇ ਹੋਣ, ਪਰ ਜਿਸ ਕਿਸੇ ਦੇ ਖੰਭ ਅਤੇ ਚਾਨੇ ਨਾ ਹੋਣ ਉਹ ਤੁਸੀਂ ਨਾ ਖਾਇਓ, ਇਹ ਤੁਹਾਡੇ ਲਈ ਅਸ਼ੁੱਧ ਹਨ। ਤੁਸੀਂ ਸਭ ਸ਼ੁੱਧ ਪੰਛੀ ਖਾ ਸਕਦੇ ਹੋ ਪਰ ਪੰਛੀਆਂ ਵਿੱਚੋਂ ਤੁਸੀਂ ਇਹਨਾਂ ਨੂੰ ਨਾ ਖਾਣਾ। ਉਕਾਬ, ਗਿੱਧ, ਸਮੁੰਦਰੀ ਉਕਾਬ, ਇੱਲ, ਲਗੜ ਜਾਂ ਗਿਰਝ, ਪਹਾੜੀ ਕਾਂ ਅਤੇ ਇਹਨਾਂ ਦੀ ਨਸਲ ਦੇ ਹੋਰ ਪੰਛੀ, ਸ਼ੁਤਰਮੁਰਗ, ਬਿੱਲ ਬਤੌਰੀ, ਕੁਰਲ, ਬਾਜ ਅਤੇ ਇਸੇ ਤਰ੍ਹਾਂ ਦੇ ਹੋਰ ਪੰਛੀ। ਨਿੱਕਾ ਉੱਲੂ, ਵੱਡਾ ਉੱਲੂ, ਕੰਨਾਂ ਵਾਲਾ ਉੱਲੂ, ਮੁਰਗਾਬੀ, ਮਾਹੀ ਗੀਰ, ਸਮੁੰਦਰੀ ਵੱਡਾ ਪੰਛੀ, ਲਮਟੀਕ ਬਗਲਾ, ਚੱਕੀਰਾ ਅਤੇ ਚਮਗਿੱਦੜ। ਰੀਂਗ ਕੇ ਚੱਲਣ ਵਾਲੀਆਂ ਪਰਦਾਰ ਚੀਜ਼ਾਂ ਵੀ ਤੁਹਾਡੇ ਲਈ ਅਸ਼ੁੱਧ ਹਨ। ਤੁਸੀਂ ਇਹਨਾਂ ਨੂੰ ਨਾ ਖਾਣਾ, ਪਰ ਸ਼ੁੱਧ ਪਰਦਾਰ ਚੀਜ਼ਾਂ ਤੁਸੀਂ ਖਾ ਸਕਦੇ ਹੋ। ਤੁਸੀਂ ਮਰਦਾਰ ਵੀ ਨਾ ਖਾਣਾ। ਇਸ ਨੂੰ ਤੁਸੀਂ ਆਪਣੇ ਨਗਰ ਵਿੱਚ ਰਹਿਣ ਵਾਲੇ ਪਰਦੇਸੀਆਂ ਅੱਗੇ ਉਸ ਦੇ ਖਾਣ ਲਈ ਵੇਚ ਸਕਦੇ ਹੋ ਜਾਂ ਤੁਸੀਂ ਕਿਸੇ ਵਿਦੇਸ਼ੀ ਨੂੰ ਦੇ ਸਕਦੇ ਹੋ ਕਿਉਂਕਿ ਤੁਸੀਂ ਪ੍ਰਭੂ ਆਪਣੇ ਪਰਮੇਸ਼ਰ ਦੇ ਪਵਿੱਤਰ ਲੋਕ ਹੋ। ਤੁਸੀਂ ਕਿਸੇ ਜਾਨਵਰ ਦੇ ਬੱਚੇ ਨੂੰ ਉਸ ਦੀ ਮਾਂ ਦਾ ਦੁੱਧ ਵਿੱਚ ਨਾ ਪਕਾਉਣਾ। ਅਸੀਂ ਹੁਣ ਇੱਥੇ ਪ੍ਰਭੂ ਦੇ ਵਚਨ ਦੇ ਵਿੱਚ ਇਹ ਜਿਹੜੀ ਚੀਜ਼ ਦੇਖਦੇ ਪਏ ਨਾ, ਜਿਹੜੀਆਂ ਖਾਣ ਵਾਲੀਆਂ ਚੀਜ਼ਾਂ ਤੇ ਜਿਹੜੀਆਂ ਪ੍ਰਭੂ ਨੇ ਸਾਨੂੰ ਮਨਾ ਕੀਤਾ, ਜਿਹੜੀਆਂ ਚੀਜ਼ਾਂ ਅਸੀਂ ਨਹੀਂ ਖਾਣੀਆਂ। ਤੁਸੀਂ ਹੁਣ ਤਾਂ ਬੇਸਿਕਲੀ ਜਿਹੜੀ ਸਾਡੀ ਡਾਈਟੀਸ਼ੀਅਨਸ ਜਿਹੜੇ ਹੈਗੇ ਆ ਉਹ ਉਸ ਲੈਵਲ ਤੱਕ ਪਹੁੰਚ ਚੁੱਕੇ ਆ ਕਿ ਜਿਹੜੇ ਉਹ ਸਾਨੂੰ ਦੱਸ ਸਕਦੇ ਆ। ਮੋਸਟਲੀ ਇਹ ਉਹ ਜਾਨਵਰ ਆ ਜਿਹੜੇ ਗੰਦਗੀ ਖਾਂਦੇ ਆ ਜਾਂ ਉਹ ਦੂਸਰਿਆਂ ਜਾਨਵਰਾਂ ਨੂੰ ਖਾਂਦੇ ਆ, ਉਹਨਾਂ ਨੂੰ ਖਾਣ ਦੇ ਲਈ ਮਨਾ ਕੀਤਾ ਗਿਆ। ਅਦਰ ਦੈਨ ਜਿਹੜੀ ਮੱਛੀ ਆ ਔਰ ਜਿਹੜੀਆਂ ਉਹ ਪਾਣੀ ਦੇ ਵਿੱਚ ਜਿਹੜੀਆਂ ਸ਼ਿਕਾਰੀ ਵੱਡੀਆਂ ਸ਼ਿਕਾਰੀ ਮੱਛੀਆਂ, ਉਹਨਾਂ ਦਾ ਵੀ ਮਾंस ਖਾਣ ਤੋਂ ਸਾਨੂੰ ਮਨਾ ਕੀਤਾ ਗਿਆ। ਔਰ ਇਸ ਕਰਕੇ ਪ੍ਰਭੂ ਨੇ, ਕਿਉਂਕਿ ਉਹਨਾਂ ਦੇ ਨਾਲ ਬਿਮਾਰੀਆਂ ਲੱਗਦੀਆਂ, ਇਹਨਾਂ ਜਾਨਵਰਾਂ ਦੇ ਕਾਰਨ ਹੀ ਇੱਕ ਬਿਮਾਰੀ ਦੇ ਵਿੱਚੋਂ ਵੀ ਅਸੀਂ ਹੁਣ ਲੰਘਦੇ ਪਏ ਕਿਉਂਕਿ ਲੋਕ ਇਹਨਾਂ ਨੂੰ ਖਾਂਦੇ ਆ। ਉੱਥੇ ਵੱਡੀਆਂ ਵੱਡੀਆਂ ਮਾਰਕੀਟਾਂ ਲੱਗੀਆਂ ਔਰ ਮੇਰਾ ਅੱਜ ਸੀਗਾ, ਮੈਂ ਕਿਹਾ ਤੁਹਾਨੂੰ ਮੈਂ ਦਿਖਾਵਾਂ ਕਿੱਦਾਂ ਦੀ ਉੱਥੇ ਮਾਰਕੀਟਾਂ ਲੱਗੀਆਂ, ਕਿੱਦਾਂ ਉਹਨਾਂ ਨੇ ਸੱਪ ਟੰਗੇ ਹੋ, ਕਿੱਦਾਂ, ਫਿਰ ਮੈਂ ਕਹਿੰਦਾ ਮਨ ਖਰਾਬ ਹੋ ਸਾਰਿਆਂ। ਔਰ ਇਹ ਜਿਹੜੀਆਂ ਚੀਜ਼ਾਂ ਆ ਇਹਨਾਂ ਨੂੰ ਸਾਨੂੰ ਖਾਣ ਤੋਂ ਮਨਾ ਕੀਤਾ। ਗਿਰਝ ਮਰੇ ਹੋਏ ਜਾਨਵਰ ਨੂੰ ਖਾਂਦੇ ਆ, ਉੱਲੂ ਹਰ ਤਰ੍ਹਾਂ ਦੇ ਜ਼ਹਿਰੀਲੇ ਜਾਨਵਰਾਂ ਨੂੰ ਖਾ ਲੈਂਦੇ ਆ, ਸੱਪਾਂ ਨੂੰ ਖਾ ਲੈਂਦੇ ਆ। ਸੋ ਜਿਹੜਾ ਪ੍ਰਭੂ ਦਾ ਸਾਨੂੰ ਇਹ ਚੀਜ਼ਾਂ ਕਹਿਣ ਦਾ ਮਤਲਬ ਆ ਕਿ ਇਹ ਤੁਸੀਂ ਉਹ ਜਾਨਵਰ ਖਾਣਾ ਆ ਜਿਹੜੇ ਜਾਂ ਤਾਂ ਦਾਣਾ ਖਾਂਦੇ ਆ ਜਾਂ ਪੱਠੇ ਖਾਂਦੇ, ਔਰ ਫਿਰ ਉਹ ਗਾੜੀ ਕਰਦੇ, ਔਰ ਉਸ ਤੋਂ ਇਲਾਵਾ ਤੁਸੀਂ ਕਿਸੇ ਹੋਰ ਜਾਨਵਰ ਨੂੰ ਨਹੀਂ, ਉਹ ਸਾਡੇ ਲਈ ਪ੍ਰਭੂ ਨੇ ਰੱਖੇ। ਸੋ ਇਹਨਾਂ ਚੀਜ਼ਾਂ ਦਾ ਮੈਂ ਹਮੇਸ਼ਾ ਕਹਿਣਾ ਹੁੰਦਾ ਕਿ ਦੈਟਸ ਯੋਰ ਪਰਸਨਲ ਮੈਟਰ, ਦੱਸਣਾ ਮੇਰਾ ਫਰਜ਼ ਹੈ। ਦੈਟਸ ਯੋਰ ਪਰਸਨਲ ਮੈਟਰ, ਤੁਸੀਂ ਕੀ ਖਾਂਦੇ ਆ, ਕੀ ਪੀਂਦੇ ਆ, ਕਿਉਂਕਿ ਖਾਣ ਪੀਣ ਦੇ ਨਾਲ ਅਸੀਂ ਪ੍ਰਭੂ ਦੇ ਘਰ ਨਹੀਂ ਪਹੁੰਚਦੇ। ਇਹ ਸਾਡੀ ਧਰਤੀ ਤੇ ਜਿਹੜੇ ਅਸੀਂ ਰਹਿ ਰਹੇ ਹਾਂ, ਇਸ ਦੇ ਨਾਲ ਸਾਡਾ ਜੀਵਨ ਠੀਕ ਰਹਿੰਦਾ, ਸਾਨੂੰ ਬਿਮਾਰੀਆਂ ਨਹੀਂ ਲੱਗਦੀਆਂ ਔਰ ਇਸ ਦੇ ਨਾਲ ਅਸੀਂ ਧਰਤੀ ਦੇ ਉੱਤੇ ਤੰਦਰੁਸਤ ਜੀਵਨ ਜੀ, ਜਿੰਨਾ ਚਿਰ ਵੀ ਜੀਵਨ ਹਾਂ ਤੰਦਰੁਸਤ ਜੀਵਨ ਜੀਵਨ। ਦੈਟਸ ਕੇਸ। ਸੋ ਹੁਣ ਪ੍ਰਭੂ ਨੇ ਦਸਵੰਧ ਦੇ ਲਈ ਦੇ ਨਿਯਮ ਦੇਣੇ ਆ। ਸੋ ਅਸੀਂ ਇਸ ਨੂੰ 22 ਤੋਂ ਲੈ ਕੇ ਅਸੀਂ ਇਸ ਦੇ ਐਂਡ ਤੱਕ ਚੱਲੀਏ, ਚੈਪਟਰ ਦੇ ਐਂਡ। ਮੈਂ ਪੜ੍ਹ ਦਿੰਦੀ ਬਸ। ਦਸਵੰਧ ਦਾ ਨਿਯਮ। ਤੁਸੀਂ ਹਰ ਸਾਲ ਆਪਣੇ ਖੇਤ ਦੀ ਫਸਲ ਦਾ ਦਸਵੰਧ ਅਰਥਾਤ 10ਵਾਂ ਹਿੱਸਾ ਕੱਢਣਾ। ਇਹ ਕਰਨ ਦੇ ਪਿੱਛੋਂ ਤੁਸੀਂ ਉਸ ਥਾਂ ਤੇ ਜਾਣਾ ਜੋ ਪ੍ਰਭੂ ਤੁਹਾਡਾ ਪਰਮੇਸ਼ਰ ਆਪਣੇ ਨਾਂ ਦੇ ਵਾਸ ਲਈ ਚੁਣੇਗਾ। ਤੁਸੀਂ ਉੱਥੇ ਪ੍ਰਭੂ ਦੇ ਸਾਹਮਣੇ ਫਸਲ ਦਾ, ਦਾਖਸਰ ਦਾ ਤੇਲ,
ਦਾ ਆਪਣਾ ਦਸਵੰਧ ਖਾਣਾ। ਇਸੇ ਤਰ੍ਹਾਂ ਤੁਸੀਂ ਆਪਣੇ ਜਾਨਵਰਾਂ ਦੇ ਪਲੋਠਿਆਂ ਨਾਲ ਵੀ ਕਰਨਾ। ਇਹ ਕਰਨ ਦੁਆਰਾ ਤੁਸੀਂ ਪ੍ਰਭੂ ਆਪਣੇ ਪਰਮੇਸ਼ਰ ਤੋਂ ਡਰਨਾ ਸਿੱਖੋਗੇ। ਪਰ ਜੇਕਰ ਉਹ ਥਾਂ ਜੋ ਪ੍ਰਭੂ ਨੇ ਆਪਣੇ ਨਾਂ ਦੇ ਵਾਸ ਲਈ ਚੁਣਿਆ ਤੁਹਾਡੀ ਰਹਿਣ ਵਾਲੀ ਥਾਂ ਤੋਂ ਕਾਫੀ ਦੂਰ ਹੋਵੇ ਤੇ ਤੁਸੀਂ ਆਪਣਾ ਦਸਵੰਧ ਪਰਮੇਸ਼ਰ ਪ੍ਰਭੂ ਤੋਂ ਮਿਲੀ ਸੀਸ ਦਾ ਉੱਥੇ ਨਹੀਂ ਖੜ ਸਕਦੇ ਹੋ, ਤਾਂ ਤੁਸੀਂ ਇਸ ਤਰ੍ਹਾਂ ਨਾਲ ਕਰਨਾ। ਤਾਂ ਤੁਸੀਂ ਆਪਣੀਆਂ ਚੀਜ਼ਾਂ ਦੇ ਦਸਵੰਧ ਨੂੰ ਵੇਚ ਲੈਣਾ ਤੇ ਉਸਦੀ ਕੀਮਤ ਤੋਂ ਮਿਲਿਆ ਪੈਸਾ ਲੈ ਕੇ ਆਪਣੇ ਪਰਮੇਸ਼ਰ ਦੀ ਚੁਣੀ ਥਾਂ ਤੇ ਜਾਣਾ। ਫਿਰ ਤੁਸੀਂ ਉੱਥੇ ਜਾ ਕੇ ਉਸ ਪੈਸੇ ਦੇ ਨਾਲ ਆਪਣੀ ਇੱਛਾ ਅਨੁਸਾਰ ਬਲਦ ਜਾਂ ਭੇਡ ਜਾਂ ਦਾਖਸਰ ਜਾਂ ਸ਼ਰਾਬ, ਗੱਲ ਕੀ ਜੋ ਵੀ ਤੁਸੀਂ ਚਾਹੋ ਖਰੀਦ ਲੈਣਾ ਤੇ ਪ੍ਰਭੂ ਆਪਣੇ ਪਰਮੇਸ਼ਰ ਦੇ ਸਾਹਮਣੇ ਖਾਣਾ। ਇਸ ਤਰ੍ਹਾਂ ਤੁਸੀਂ ਅਤੇ ਤੁਹਾਡੇ ਟੱਬਰ ਪ੍ਰਭੂ ਦੇ ਸਾਹਮਣੇ ਮਿਲ ਕੇ ਆਨੰਦ ਮਨਾਉਣਾ। ਪਰ ਤੁਸੀਂ ਲੇਵੀਆਂ ਨੂੰ ਜੋ ਤੁਹਾਡੇ ਸ਼ਹਿਰਾਂ ਵਿੱਚ ਰਹਿੰਦੇ ਹਨ ਨਾ ਭੁੱਲਣਾ, ਕਿਉਂਕਿ ਉਹਨਾਂ ਨੂੰ ਤੁਹਾਡੀ ਜਾਇਦਾਦ ਦਾ ਹਿੱਸਾ ਕੋਈ ਨਹੀਂ ਦਿੱਤਾ ਗਿਆ ਹੈ। ਹਰ ਤੀਜੇ ਸਾਲ ਤੁਸੀਂ ਆਪਣੀ ਫਸਲ ਦਾ ਦਸਵੰਧ ਲਿਆ ਕੇ ਆਪਣੇ ਸ਼ਹਿਰ ਵਿੱਚ ਇਕੱਠਾ ਕਰਨਾ। ਤਦ ਇਹ ਦਸਵੰਧ ਲੇਵੀਆਂ ਨੂੰ ਦਿੱਤਾ ਜਾਵੇ, ਕਿਉਂਕਿ ਉਹਨਾਂ ਕੋਲ ਕੋਈ ਆਪਣੀ ਜਾਇਦਾਦ ਨਹੀਂ ਹੈ। ਲੇਵੀਆਂ ਦੇ ਨਾਲ ਲੋੜ ਅਨੁਸਾਰ ਇਸ ਵਿੱਚੋਂ ਪਰਦੇਸੀ, ਅਨਾਥਾਂ ਅਤੇ ਵਿਧਵਾਵਾਂ ਜੋ ਤੁਹਾਡੇ ਨਗਰਾਂ ਵਿੱਚ ਰਹਿੰਦੀਆਂ ਹੋਣ ਨੂੰ ਵੀ ਦਿੱਤਾ ਜਾਵੇ। ਇਹ ਕਾਰਨ ਤੇ ਪ੍ਰਭੂ ਤੁਹਾਡਾ ਪਰਮੇਸ਼ਰ ਤੁਹਾਡੇ ਹੱਥਾਂ ਦੇ ਹਰ ਕੰਮ ਉੱਤੇ ਅਸੀਸ ਦੇਵੇਗਾ। ਆਮੀਨ। ਸੋ ਇਹ ਪ੍ਰਭੂ ਦਾ ਇਹਨਾਂ ਨੂੰ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਟੈਸਟ ਸੀ, ਕਿਉਂਕਿ ਜਿਹੜੇ ਲੇਵੀ ਲੋਕ ਸੀਗੇ, ਜਿਹੜੀ ਉਹਨਾਂ ਦੀ ਧਰਤੀ ਸੀਗੀ, ਨਹੀਂ ਤਾਂ ਉਹਨਾਂ ਨੂੰ ਵੀ ਪੂਰੀ ਧਰਤੀ ਮਿਲਣੀ ਸੀ, ਪੂਰੇ ਦਾ ਪੂਰਾ ਕਬੀਲੇ ਨੂੰ ਧਰਤੀ ਉਹਨਾਂ ਦੇ ਨੰਬਰਾਂ ਦੇ ਅਨੁਸਾਰ ਧਰਤੀ ਮਿਲਣੀ ਸੀ। ਉਹ ਬਾਕੀ ਦੇ ਕਬੀਲਿਆਂ 'ਚ ਵੰਡ ਦਿੱਤੀ ਗਈ ਧਰਤੀ। ਉਹਨਾਂ ਦਾ ਲੇਵੀਆਂ ਦਾ ਆਪਣਾ ਕੋਈ ਵੀ ਅਸੀਂ ਗਾਂ ਜਾ ਕੇ ਦੇਖਣਾ ਕਿ ਕਿਹੜਾ ਕੁੱਲ ਕਿੱਥੇ ਬਸਿਆ, ਕਿਹੜਾ ਕੁੱਲ ਕਿੱਥੇ ਬਸਿਆ, ਉਹ ਸਾਰੇ ਅਸੀਂ ਦੇਖਣੇ ਆ। 3 ਕੁੱਲ ਅਸੀਂ ਦੇਖ ਹਟੇ ਆ, 2.5 ਕੁੱਲ ਦੇਖ ਹਟੇ ਜਿਹੜੇ ਬਸ ਚੁੱਕੇ ਆ। ਅਸੀਂ ਦੇਖ ਚੁੱਕੇ ਆ ਕਿ ਦਾਨ ਦਾ ਕਬੀਲਾ ਬਸ ਚੁੱਕਾ ਆ, ਔਰ ਇਸੇ ਤਰ੍ਹਾਂ ਮਨੱਸੇ ਦਾ ਔਰ ਰੂਬੇਨ ਦਾ ਜਿਹੜਾ ਕਬੀਲਾ ਉਹ ਬਸ ਚੁੱਕਾ ਹੈ। ਉਹਨਾਂ ਦੇ ਕੋਲ ਦੇਖੋ ਕਿੰਨੀ ਧਰਤੀ ਆ ਉੱਥੇ, ਬੇਸਿਕਲੀ ਅੱਧਾ ਜੋਰਡਨ ਤੇ ਅੱਧਾ ਸੀਰੀਆ ਅੱਜ ਦਾ, ਇਹ ਉਹਨਾਂ ਦੇ ਕੋਲ 2.5 ਕਬੀਲਿਆਂ ਕੋਲ ਇੰਨੀ ਧਰਤੀ। ਹੁਣ ਅਗਰ ਉਸੇ ਧਰਤੀ ਨੂੰ ਅਗਰ ਅਸੀਂ 12 ਦੇ ਤਕਸੀਮ ਕਰ ਦਈਏ ਤੇ ਇਹ ਲੇਵੀਆਂ ਨੂੰ ਉਹਨਾਂ ਹਿੱਸਾ ਇਧਰੋਂ ਵੀ ਮਿਲਣਾ ਸੀ ਔਰ ਉਧਰ ਜਾ ਕੇ ਉਹਨਾਂ ਨੂੰ ਫਿਰ ਧਰਤੀ ਮਿਲਣੀ। ਪ੍ਰਭੂ ਨੇ ਇਹ ਕਿਉਂ ਕੀਤਾ? ਉਹਨਾਂ ਨੂੰ ਆਪਣੀ ਧਰਤੀ ਕਿਉਂ ਨਹੀਂ ਦਿੱਤੀ? ਉਸ ਦੇ ਪਿੱਛੇ ਬਹੁਤ ਵੱਡਾ ਕਾਰਨ ਸੀ। ਉਸ ਦੇ ਪਿੱਛੇ ਕਾਰਨ ਇਹ ਸੀ ਕਿ ਉਹ ਆਪਣੀ ਧਰਤੀ ਦੇ ਵਿੱਚ ਬਿਜ਼ੀ ਨਾ ਹੋ ਜਾਣ, ਆਪਣੇ ਕੰਮਾਂ ਦੇ ਵਿੱਚ ਬਿਜ਼ੀ ਨਾ ਹੋ ਜਾਣ। ਇਹ ਨਾ ਹੋਵੇ ਕਿ ਲੋਕਾਂ ਦੀ ਆਤਮਿਕ ਖੁਰਾਕ ਉਹਨਾਂ ਨੂੰ ਨਾ ਮਿਲੇ, ਲੋਕਾਂ ਨੂੰ ਉਹਨਾਂ ਦੀ ਆਤਮਿਕ ਸਿਹਤ ਨਾ ਮਿਲੇ। ਔਰ ਇਸੇ ਤਰ੍ਹਾਂ ਜਿਹੜੇ ਬਹੁਤ ਸਾਰਿਆਂ ਕਬੀਲਿਆਂ ਦੇ ਵਿੱਚ, ਜਿੱਥੇ ਹਰ ਕਬੀਲੇ ਨੂੰ ਉਹਨਾਂ ਦੇ ਨੰਬਰਾਂ ਦੇ ਹਿਸਾਬ ਦੇ ਨਾਲ ਲੇਵੀਆਂ ਦੇ ਟੱਬਰ ਦਿੱਤੇ ਗਏ ਸੀ ਤੇ ਉਹਨਾਂ ਨੂੰ ਉਹ 500 ਮੀਟਰ ਲੰਬੀ ਤੇ 500 ਮੀਟਰ ਚੌੜੀ ਇੰਨੀ ਜ਼ਮੀਨ ਦਿੱਤੀ ਹੁੰਦੀ ਸੀ। ਉਸਦਾ ਦੇ ਵਿੱਚ ਹੀ ਉਹਨਾਂ ਨੂੰ ਘਰ ਬਣਾ ਕੇ ਦਿੱਤੇ ਹੁੰਦੇ ਸੀ। ਉਹਨਾਂ ਦੇ ਵਿੱਚ ਹੀ ਇੱਕ ਪ੍ਰਭੂ ਦੇ ਲਈ ਜਗ੍ਹਾ ਬਣੀ ਹੁੰਦੀ ਸੀ ਔਰ ਉੱਥੇ ਉਹ ਸਾਰਾ ਕੁਝ ਕਰਦੇ ਸੀ। ਉਹਨਾਂ ਦੇ ਲਈ ਜੋ ਭੇਡ ਬੱਕਰੀਆਂ ਚੜਾਈਆਂ ਜਾਂਦੀਆਂ ਸੀਗੀਆਂ ਉਹ ਉੱਥੇ ਚਰਦੀਆਂ ਸੀਗੀਆਂ, ਗਾਈਆਂ ਦੁੱਧ ਦੱਧ ਲਈ ਜੋ ਉਹਨਾਂ ਨੇ ਰੱਖੀਆਂ ਸੀਗੀਆਂ ਉਹਨਾਂ ਨੂੰ ਲੋਕ ਆਪੇ ਪੱਠੇ ਪਾ ਜਾਂਦੇ ਸੀਗੇ ਔਰ ਉੱਥੇ ਉਹਨਾਂ ਦੇ ਕੋਲ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਸੀ। ਪਲੱਸ ਉੱਥੇ ਉਹਨਾਂ ਦੇ ਕੋਲ ਇੱਕ ਬਹੁਤ ਵੱਡੇ ਧਨ ਜਿਹੜਾ ਫਸਲਾਂ ਨੂੰ ਸਟੋਰ ਕਰਨ ਦੇ ਲਈ, ਤੇਲ ਨੂੰ ਰੱਖਣ ਦੇ ਲਈ ਔਰ ਬਾਕੀ ਦੀਆਂ ਚੀਜ਼ਾਂ ਰੱਖਣ ਦੇ ਲਈ ਵੱਡੇ ਉਹਨਾਂ ਦੇ ਲਈ ਗੋਦਾਮ ਬਣਾਏ ਹੁੰਦੇ ਸੀ। ਔਰ ਲੋਕ ਜਿਸ ਲਈ ਆਪਣਾ 10ਵਾਂ ਹਿੱਸਾ ਲੈ ਕੇ ਆਉਂਦੇ ਸੀਗੇ ਤਾਂ ਉਹਨਾਂ ਦੇ ਵਿੱਚ ਪਾ ਦਿੱਤਾ ਜਾਂਦਾ ਸੀ। ਔਰ ਜਿਸ ਲਈ ਉਹਨਾਂ ਦੇ ਵਿੱਚ ਪਾ ਦਿੱਤਾ ਜਾਂਦਾ ਸੀ, ਫਿਰ ਜਿੰਨੇ ਵੀ ਅਨਾਥ, ਵਿਧਵਾਵਾਂ ਔਰ ਪਰਦੇਸੀ ਜਿੰਨੇ ਵੀ ਆਉਂਦੇ ਸੀ ਉਹਨਾਂ ਦੇ ਲਈ ਖਾਣ ਪੀਣ ਦਾ ਜਿਹੜਾ ਪ੍ਰਬੰਧ ਹੁੰਦਾ ਸੀਗਾ ਉਹ ਉਸ ਮੰਦਿਰ ਦੇ ਵਿੱਚ ਹੁੰਦਾ ਸੀ। ਅੰਨੇ, ਲੂਲੇ, ਲੰਗੜੇ, ਜਿਹੜੇ ਕਿਸੇ ਨਹੀਂ ਕੰਮ ਕਰ ਸਕਦੇ, ਜਿਹੜੇ ਗਰੀਬੀ ਦੇ ਵਿੱਚ, ਬੱਚੇ ਜਿਹੜੇ ਅਨਾਥ ਹੋ ਗਏ, ਔਰਤਾਂ ਜਿਹੜੀਆਂ ਵਿਧਵਾ ਹੋ ਗਈਆਂ, ਜਿਹੜੇ ਜਾਂ ਬਹੁਤ ਜ਼ਿਆਦਾ ਬਜ਼ੁਰਗ ਹੋ ਗਏ, ਉਹਨਾਂ ਨੂੰ ਸਾਂਭਣ ਵਾਲਾ ਕੋਈ, ਸੋ ਉਹਨਾਂ ਦੇ ਲਈ ਉਹਨਾਂ ਨੇ ਜਗ੍ਹਾ ਬਣਾਈ ਹੁੰਦੀ ਸੀ। ਜਿੱਦਾਂ ਸਾਡੇ ਇੰਡੀਆ ਦੇ ਵਿੱਚ ਵੀ ਜਗ੍ਹਾਵਾਂ ਹੁਣ ਬਣੀਆਂ ਆ। ਇੱਥੇ ਤਾਂ 올ਡ ਫੋਕਸ ਹੋਮ ਬਣੇ ਹੋਏ ਤਾਂ ਚਲੋ ਬੜੇ ਹਾਈ ਕਲਾਸ ਆ, ਏਦਾਂ ਤਾਂ ਨਹੀਂ ਹੁੰਦਾ ਸੀਗਾ, ਲੇਕਿਨ ਸਿੰਪਲ ਚੀਜ਼ ਬਣੀ ਹੁੰਦੀ ਸੀ, ਖਾਣਾ ਪੱਕਦਾ ਸੀ, ਉੱਥੇ ਆ ਕੇ ਖਾਣਾ ਖਾ ਸਕਦੇ ਸੀ। ਸੋ ਪ੍ਰਭੂ ਨੇ ਦੇਖੋ ਕਿੰਨੇ ਸੋਸ਼ਲ ਜਿਹੜੇ ਅੱਜ ਸਾਡੀ ਗਵਰਨਮੈਂਟ ਕੰਮ ਕਰਦੀ ਪਈ ਆ ਸਾਡੇ ਕੋਲੋਂ ਟੈਕਸ ਲੈ ਕੇ,
ਔਰ ਉਹ ਕੰਮ ਸਾਰੇ ਦੇ ਸਾਰੇ ਜਿਹੜਾ ਸਿਸਟਮ ਆ ਉਹ ਪ੍ਰਭੂ ਦੇ ਵਚਨ ਦੇ ਵਿੱਚ ਦਿੱਤਾ ਗਿਆ। ਅਸੀਂ ਇਹ ਦੇਖਦੇ ਹਾਂ ਤੇ ਇਸ ਕੌਮ ਨੂੰ ਇਹ ਵੀ ਦੱਸਿਆ ਗਿਆ ਕਿ ਜਿਹੜੀਆਂ ਸੋਸ਼ਲ ਸਰਵਿਸਿਜ਼ ਆ ਉਹ ਤੁਸੀਂ ਕਿਸ ਤਰ੍ਹਾਂ ਕਰਨੀ, ਤਾਂ ਕਿ ਇਹ ਸਭ ਕੁਝ ਉੱਥੇ ਹੋਵੇ, ਤਾਂ ਕਿ ਅਨਾਥਾਂ ਦੀ ਲੋੜ ਪੂਰੀ ਹੋਵੇ ਔਰ ਵਿਧਵਾਵਾਂ ਦੀ ਲੋੜ ਪੂਰੀ ਹੋਵੇ, ਲੇਵੀਆਂ ਦੀ ਲੋੜ ਪੂਰੀ ਹੋਵੇ, ਪਰਦੇਸੀਆਂ ਦੀ ਲੋੜ ਪੂਰੀ ਹੋਵੇ, ਔਰ ਬਿਮਾਰਾਂ ਗਾਂ ਤੱਕ ਅਸੀਂ ਇਹ ਪੜ੍ਹਨਾ ਕਿ ਬਿਮਾਰਾਂ ਦੀ, ਬਜ਼ੁਰਗਾਂ ਦੀ ਲੋੜ ਪੂਰੀ ਹੋਵੇ। ਠੀਕ, ਸੋ ਅਸੀਂ ਇਹਨਾਂ ਚੀਜ਼ਾਂ ਨੂੰ ਦੇਖੀਏ। ਔਰ ਫਿਰ ਲੇਵੀਆਂ ਦੇ ਕੋਲ ਬਹੁਤ ਸਾਰੇ ਜਿਹੜੇ ਇਹਨਾਂ ਨੇ ਆਪਣੇ ਜਿਹੜੇ ਬੱਚੇ ਛੱਡ ਦਿੰਦੇ ਹੁੰਦੇ ਸੀਗੇ ਅਬਾਊਟ 5-6 ਸਾਲ ਦੀ ਉਮਰ ਤੱਕ। ਫਿਰ 13 ਸਾਲ ਦੀ ਉਮਰ ਤੱਕ ਉਹ ਬੱਚੇ ਉੱਥੇ ਰਹਿੰਦੇ ਸੀ। 13 ਸਾਲ ਦੀ ਉਮਰ ਤੱਕ ਉਹਨਾਂ ਨੂੰ ਪ੍ਰੇਤ ਪੜ੍ਹਾਈ ਜਾਂਦੀ ਸੀ, ਪ੍ਰਭੂ ਦਾ ਵਚਨ ਪੜ੍ਹਾਇਆ ਜਾਂਦਾ ਸੀ, ਉਹਨਾਂ ਨੂੰ ਪੜ੍ਹਨਾ, ਲਿਖਣਾ, ਮੈਥ, ਸਾਰੀਆਂ ਚੀਜ਼ਾਂ ਸਿਖਾਈਆਂ ਜਾਂਦੀਆਂ ਸੀ। ਔਰ ਫਿਰ 13 ਸਾਲ ਦੀ ਉਮਰ ਤੋਂ ਬਾਅਦ ਬਾਰ ਮਿਤਸਵਾ ਜਿਸ ਲਈ ਉਹਨਾਂ ਦਾ ਹੋ ਜਾਂਦਾ ਸੀ, ਤੇ ਫਿਰ ਉਹਨਾਂ ਬੱਚਿਆਂ ਨੂੰ ਸੋ ਉਹਦੇ ਲਈ ਇਹ ਵੀ ਜਿਹੜੀਆਂ ਚੀਜ਼ਾਂ ਹੁੰਦੀਆਂ ਸੀ ਇਹ ਉਹਦੇ ਵਿੱਚੋਂ ਵੀ ਇਹ ਵਰਤੀਆਂ ਜਾਂਦੀਆਂ ਸੀ। ਇਸ ਕਰਕੇ ਪ੍ਰਭੂ ਕਹਿ ਰਿਹਾ ਕਿ ਮੇਰੇ ਘਰ ਦੇ ਵਿੱਚ ਇਹ ਚੀਜ਼ਾਂ ਦਾ ਹੋਣਾ ਜ਼ਰੂਰੀ ਹੈ, ਮੇਰੇ ਘਰ ਦੇ ਵਿੱਚ ਇਹ ਚੀਜ਼ਾਂ ਦਾ ਹੋਣਾ ਜ਼ਰੂਰੀ ਹੈ, ਤਾਂ ਕਿ ਜ਼ਰੂਰਤਾਂ ਜਿਹੜੀਆਂ ਉਹ ਪੂਰੀਆਂ ਹੋ ਸਕਣ। ਔਰ ਇਹ ਸਭ ਕੁਝ ਲੇਵੀਆਂ ਦੇ ਲਈ ਨਹੀਂ, ਐਕਚੁਅਲੀ ਲੇਵੀਆਂ ਦੇ ਕੋਲ ਇੱਕ ਰਿਸਪੌਂਸਿਬਿਲਿਟੀ ਆ ਸਾਰੀ ਕੌਮ ਦੇ ਲਈ। ਉਹਨਾਂ ਨੇ ਸਾਰੀ ਕੌਮ ਦਾ ਧਿਆਨ ਰੱਖਣਾ, ਸਾਰੇ ਉਸ ਕਬੀਲੇ ਦਾ ਧਿਆਨ ਰੱਖਣਾ ਜਿਹੜਾ ਕਬੀਲਾ ਉੱਥੇ ਬੈਠਾ ਆ, ਜਿਹਦੇ ਵਿੱਚ ਪ੍ਰਭੂ ਨੇ ਲਿਆ ਕੇ ਉਹਨਾਂ ਨੂੰ ਬਿਠਾਇਆ ਹੈ। ਠੀਕ, ਸੋ ਇਹਨਾਂ ਇਸੇ ਤਰ੍ਹਾਂ 12 ਕਬੀਲਿਆਂ ਦੇ ਵਿੱਚ ਇਹ ਸਿਸਟਮ ਚੱਲਦਾ ਸੀ। ਔਰ ਇਹਨਾਂ ਨੂੰ ਜਿਹੜਾ ਸੰਭਾਲਦਾ ਸੀ ਉਹ ਜਿਹੜਾ ਮੇਨ ਜਰੂਸਲਮ ਦਾ ਜਿਹੜਾ ਟੈਂਪਲ ਬਾਅਦ ਦੇ ਵਿੱਚ ਬਣਿਆ, ਬਾਅਦ ਜਰੂਸਲਮ ਦਾ ਬਣਿਆ, ਲੇਕਿਨ ਉਸ ਤੋਂ ਪਹਿਲਾਂ ਜਿਹੜਾ ਸੀਗਾ ਉੱਥੇ ਜਿੱਥੇ ਪ੍ਰਭੂ ਦਾ ਤੰਬੂ ਸੀਗਾ ਉੱਥੋਂ ਜਿਹੜਾ ਸੀ ਉੱਥੋਂ ਹਾਰੂਨ ਦਾ ਟੱਬਰ ਇਹਨਾਂ ਸਾਰਿਆਂ ਨੂੰ ਸੰਭਾਲਦਾ ਸੀ। ਬੜਾ ਸਿਸਟਮ ਆ, ਬਿਊਟੀਫੁਲ। ਔਰ ਹਰੇਕ ਚੀਜ਼ ਦਾ ਜਿਹੜਾ ਧਿਆਨ ਹੈ ਪ੍ਰਭੂ ਦੇ ਵੱਲ, ਹਰੇਕ ਚੀਜ਼ ਜਿਹੜੀ ਆ ਉਹ ਪ੍ਰਭੂ ਦੇ ਨਾਲ ਉਹਨਾਂ ਨੇ ਰਿਲੇਟਡ ਕੀਤੀ। ਸੋ ਆਓ 15ਵੇਂ ਭਾਗ ਦੇ ਵਿੱਚ ਚਲੀਏ। ਉੱਥੋਂ ਅਸੀਂ ਦੇਖਦੇ ਪਹਿਲੀਆਂ 11 ਪਾਠ। ਛੋਟ ਦਾ ਸਾਲ। ਹਰ 7ਵੇਂ ਸਾਲ ਦੇ ਅੰਤ ਵਿੱਚ ਤੁਸੀਂ ਛੋਟ ਦੇਵੋ। ਇਹ ਛੋਟ ਇਸ ਢੰਗ ਨਾਲ ਦੇਵੋ, ਹਰ ਲੈਣਦਾਰ ਆਪਣੇ ਗੁਆਂਢੀ ਤੋਂ ਜੋ ਕੁਝ ਉਸਨੇ ਲੈਣਾ ਹੋਵੇ ਛੱਡ ਦੇਵੇ। ਉਹ ਆਪਣੇ ਗੁਆਂਢੀ ਜਾਂ ਭਰਾ ਤੋਂ ਜੋ ਉਸਨੇ ਲੈਣਾ ਹੈ ਇਕੱਠਾ ਨਾ ਕਰੇ, ਕਿਉਂਕਿ ਪ੍ਰਭੂ ਵੱਲੋਂ ਆਪ ਇਹ ਛੋਟ ਉਸ ਦੇਣਦਾਰ ਨੂੰ ਮਿਲ ਚੁੱਕੀ ਹੈ। ਪਰ ਜੋ ਕੁਝ ਤੁਸੀਂ ਕਿਸੇ ਪਰਦੇਸੀ ਕੋਲੋਂ ਲੈਣਾ ਹੋਵੇ ਉਹ ਬੇਸ਼ੱਕ ਲੈ ਲਵੋ, ਪਰ ਆਪਣੇ ਭਰਾ ਵੱਲ ਜੋ ਕੁਝ ਵੀ ਤੁਹਾਡਾ ਨਿਕਲਦਾ ਹੋਵੇ ਛੱਡ ਦੇਵੋ। ਤੁਹਾਨੂੰ ਪ੍ਰਭੂ ਤੁਹਾਡਾ ਪਰਮੇਸ਼ਰ ਉਸ ਧਰਤੀ ਤੇ ਜੋ ਉਹ ਤੁਹਾਨੂੰ ਮਲਕੀਅਤ ਦੇ ਤੌਰ ਤੇ ਦੇ ਰਿਹਾ ਹੈ ਬਹੁਤ ਅਸੀਸ ਦੇਵੇਗਾ। ਇਸ ਲਈ ਤੁਹਾਡੇ ਆਪਣੇ ਲੋਕਾਂ ਵਿੱਚ ਕੋਈ ਵੀ ਗਰੀਬ ਨਹੀਂ ਹੋਵੇਗਾ। ਸੋ ਜੇਕਰ ਤੁਸੀਂ ਪ੍ਰਭੂ ਆਪਣੇ ਪਰਮੇਸ਼ਰ ਦੀ ਆਵਾਜ਼ ਸੁਣੋਗੇ ਅਤੇ ਇਹਨਾਂ ਸਭ ਹੁਕਮਾਂ ਦੀ ਪਾਲਣਾ ਕਰੋਗੇ ਜੋ ਅੱਜ ਮੈਂ ਤੁਹਾਨੂੰ ਦਿੱਤੇ ਹਨ, ਤਾਂ ਪ੍ਰਭੂ ਤੁਹਾਡਾ ਪਰਮੇਸ਼ਰ ਆਪਣੀ ਪ੍ਰਤਿਗਿਆ ਅਨੁਸਾਰ ਤੁਹਾਨੂੰ ਅਸੀਸ ਦੇਵੇਗਾ। ਇੱਥੋਂ ਤੱਕ ਕਿ ਤੁਸੀਂ ਤਾਂ ਬਹੁਤ ਸਾਰੀਆਂ ਕੌਮਾਂ ਨੂੰ ਕਰਜ਼ਾ ਦੇਵੋਗੇ ਪਰ ਆਪ ਕਿਸੇ ਤੋਂ ਨਹੀਂ ਲਵੋਗੇ। ਤੁਸੀਂ ਤਾਂ ਬਹੁਤ ਸਾਰੀਆਂ ਕੌਮਾਂ ਉੱਤੇ ਰਾਜ ਕਰੋਗੇ ਪਰ ਤੁਹਾਡੇ ਉੱਤੇ ਕੋਈ ਨਹੀਂ ਕਰੇਗਾ। ਜੇਕਰ ਤੁਹਾਨੂੰ ਪ੍ਰਭੂ ਤੁਹਾਡੇ ਪਰਮੇਸ਼ਰ ਤੋਂ ਮਿਲੀ ਧਰਤੀ ਤੇ ਤੁਹਾਡੇ ਨਗਰਾਂ ਵਿੱਚ ਕੋਈ ਤੁਹਾਡਾ ਭਰਾ ਲੋੜਵੰਦ ਜਾਂ ਗਰੀਬ ਹੋਵੇ ਤਾਂ ਤੁਸੀਂ ਉਸ ਵੱਲ ਆਪਣੇ ਦਿਲ ਸਖਤ ਨਾ ਕਰਨਾ ਅਤੇ ਨਾ ਹੀ ਉਸ ਨੂੰ ਮਦਦ ਦੇਣ ਤੋਂ ਇਨਕਾਰ ਕਰਨਾ, ਸਗੋਂ ਤੁਸੀਂ ਉਸ ਨੂੰ ਆਪ ਉਸ ਦੀ ਲੋੜ ਅਨੁਸਾਰ ਜਿੰਨਾ ਉਹ ਚਾਹੇ ਉਧਾਰ ਦੇਣਾ। ਤੁਸੀਂ ਇਸ ਗੱਲ ਤੋਂ ਵੀ ਸਾਵਧਾਨ ਰਹਿਣਾ ਕਿ ਇਹ ਸਮਝਦੇ ਹੋਏ ਕਿ 7ਵਾਂ ਅਰਥਾਤ ਛੋਟ ਦੇਣ ਵਾਲਾ ਸਾਲ ਲਾਗੇ ਹੈ ਅਤੇ ਤੁਹਾਡੇ ਦਿਲ ਵਿੱਚ ਤੁਹਾਡੇ ਉਸ ਲੋੜਵੰਦ ਭਰਾ ਦੇ ਲਈ ਭੈੜਾ ਵਿਚਾਰ ਆ ਜਾਵੇ ਤਾਂ ਤੁਸੀਂ ਉਸ ਨੂੰ ਕੁਝ ਨਾ ਦੇਵੋ। ਤਦ ਉਹ ਪ੍ਰਭੂ ਦੇ ਸਾਹਮਣੇ ਤੁਹਾਡੇ ਵਿਰੁੱਧ ਪੁਕਾਰ ਉੱਠੇ ਤਾਂ ਤੁਸੀਂ ਪਾਪੀ ਠਹਿਰੋਗੇ। ਸੋ ਤੁਸੀਂ ਉਹਨਾਂ ਨੂੰ ਬਿਨਾਂ ਬੁਰਾ ਮਨਾਏ ਖੁੱਲ੍ਹ ਦਿਲੀ ਨਾਲ ਦੇਣਾ, ਕਿਉਂਕਿ ਇਸ ਕਾਰਨ ਪ੍ਰਭੂ ਤੁਹਾਡਾ ਪਰਮੇਸ਼ਰ ਤੁਹਾਡੇ ਹਰ ਕੰਮ ਅਤੇ ਚੀਜ਼ ਉੱਤੇ ਅਸੀਸ ਦੇਵੇਗਾ। ਤੁਹਾਡੇ ਨਗਰਾਂ ਵਿੱਚ ਗਰੀਬ ਲੋਕ ਹਮੇਸ਼ਾ ਹੋਣਗੇ। ਇਸ ਲਈ ਮੇਰਾ ਤੁਹਾਡੇ ਲਈ ਇਹੀ ਆਦੇਸ਼ ਹੈ ਕਿ ਤੁਸੀਂ ਖੁੱਲ੍ਹ ਦਿਲੀ ਨਾਲ ਆਪਣੇ ਲੋੜਵੰਦ ਗਰੀਬ ਭਰਾ ਦੀ ਮਦਦ ਕਰਨਾ। ਆਮੀਨ। ਸੋ ਇਸ ਚੀਜ਼ ਦਾ ਕੀ ਮਤਲਬ ਹੈ? ਇਸ ਚੀਜ਼ ਦਾ ਮਤਲਬ ਇਹ ਹੈ ਕਿ ਤੁਸੀਂ ਗੁਲਾਮ ਸੀ, ਤੁਹਾਡਾ ਆਪਣਾ ਕੁਝ ਵੀ ਨਹੀਂ ਸੀ। ਤੁਸੀਂ ਗੁਲਾਮ ਲੋਕ ਸੀ, ਤੁਹਾਡਾ ਆਪਣਾ ਕੁਝ ਨਹੀਂ ਸੀ। ਪ੍ਰਭੂ ਨੇ ਮੂਸਾ ਦੇ ਹੱਥ ਦੇ ਵਿੱਚ ਇੱਕ ਲਾਠੀ ਦਿੱਤੀ ਔਰ ਤੁਹਾਨੂੰ ਕੋਈ ਤੀਰ ਨਹੀਂ ਚੁੱਕਣਾ ਪਿਆ, ਤਲਵਾਰ ਨਹੀਂ ਚੁੱਕਣੀ ਪਈ। ਪ੍ਰਭੂ ਤੁਹਾਨੂੰ ਉੱਥੋਂ ਕੱਢ ਕੇ ਲੈ ਕੇ ਆਇਆ। ਤੁਹਾਡੇ ਮੋਹਰਿਓਂ ਪ੍ਰਭੂ ਨੇ ਇੱਥੇ ਵੀ ਜਿੱਥੇ ਤੁਸੀਂ ਇਸ ਵੇਲੇ ਬੈਠੇ ਹੋ ਨਾ, ਜਰਦਨ ਦਰਿਆ ਦੇ ਦੂਜੇ ਪਾਸੇ, ਤੁਹਾਡੇ ਮੋਹਰਿਓਂ ਪ੍ਰਭੂ ਨੇ ਬਹੁਤ ਸਾਰੀਆਂ ਕੌਮਾਂ ਨੂੰ ਕੱਢ ਦਿੱਤਾ ਹੈ।
ਔਰ ਉੱਥੋਂ ਪ੍ਰਭੂ ਨੇ ਉੱਥੇ ਦਾ ਜਿਹੜਾ ਦੈਂਤ ਸੀਗਾ, ਜਿਹਦੇ ਕੋਲ ਦੈਂਤਾਂ ਦੀ ਆਰਮੀ ਸੀਗੀ, ਪ੍ਰਭੂ ਨੇ ਉਸ ਨੂੰ ਵੀ ਹਾਰ ਦਿੱਤੀ ਹੈ, ਉਹ ਵੀ ਮਰ ਚੁੱਕਾ ਹੈ। ਔਰ ਪ੍ਰਭੂ ਨੇ ਤੁਹਾਨੂੰ ਇੰਨੀ ਵੱਡੀ ਬਰਕਤ ਦਿੱਤੀ ਹੈ, ਔਰ ਇਸ ਬਰਕਤ ਨੂੰ ਤੁਸੀਂ ਹਮੇਸ਼ਾ ਦੇਖਦੇ ਰਹਿਣਾ ਕਿ ਸਾਡੇ ਕੋਲ ਕੁਝ ਨਹੀਂ ਸੀ, ਔਰ ਜਿਹੜਾ ਹੁਣ ਸਾਨੂੰ ਪ੍ਰਭੂ ਨੇ ਦਿੱਤਾ ਇਹ ਵੀ ਪ੍ਰਭੂ ਨੇ ਸਾਨੂੰ ਦਿੱਤਾ। ਸੋ ਹੁਣ ਤੁਸੀਂ, ਜਿੱਦਾਂ ਤੁਸੀਂ ਇੱਕ ਵੇਲੇ ਕਮਜ਼ੋਰ ਸੀ ਤੇ ਮੈਂ ਤੁਹਾਨੂੰ ਇਹ ਸਭ ਕੁਝ, ਮੈਂ ਪ੍ਰਭੂ ਨੇ ਤੁਹਾਨੂੰ ਇਹ ਸਭ ਕੁਝ ਦਿੱਤਾ, ਇਸੇ ਤਰ੍ਹਾਂ ਤੁਸੀਂ ਵੀ ਮੇਰੇ ਵਾਲਾ ਦਿਲ ਰੱਖ। ਤੁਹਾਡੇ ਵਿੱਚ ਜੇ ਕੋਈ ਗਰੀਬ ਭਰਾ ਆ ਤੁਹਾਡਾ, ਤੇ ਤੁਸੀਂ ਉਸਨੇ ਤੁਹਾਨੂੰ ਆਪਣੀ ਪ੍ਰਾਪਰਟੀ ਵੀ ਗਹਿਣੇ ਰੱਖ ਦਿੱਤੀ ਹੈ, ਤੇ 7ਵੇਂ ਸਾਲ ਉਸਦੀ ਪ੍ਰਾਪਰਟੀ ਉਸਨੂੰ ਵਾਪਸ ਕਰ ਦਿਓ। ਜੇ ਕਿਸੇ ਗਰੀਬ ਆਦਮੀ ਨੇ, ਪ੍ਰਭੂ ਨੇ ਗਾਂ ਜਾ ਕੇ ਕਹਿਣਾ, ਕਿਸੇ ਗਰੀਬ ਆਦਮੀ ਨੇ ਆਪਣਾ ਕੁੜਤਾ ਰੱਖ ਦਿੱਤਾ ਤੁਹਾਡੇ ਕੋਲ ਸਵੇਰ ਨੂੰ, ਤੇ ਸ਼ਾਮ ਨੂੰ ਉਸਨੂੰ ਕੁੜਤਾ ਵਾਪਸ ਕਰ ਦਿਓ, ਸ਼ਾਇਦ ਉਹ ਕੋ ਉਹੀ ਹੋ। ਯਾਨੀ ਕਿ ਤੁਹਾਡੇ ਦਿਲ ਦੇ ਵਿੱਚ ਹਮੇਸ਼ਾ ਤਰਸ ਹੋਣਾ ਚਾਹੀਦਾ, ਔਰ ਜਿੰਨੀ ਦੇਰ ਤੱਕ ਤੁਹਾਡੇ ਦਿਲ ਦੇ ਵਿੱਚ ਤਰਸ, ਜਿੰਨਾ ਤਰਸ ਤੁਸੀਂ ਦਿਖਾਓਗੇ ਉਨੀ ਬਰਕਤ ਮੈਂ ਤੁਹਾਨੂੰ ਦਊਂਗਾ। ਜਿੰਨਾ ਤੁਸੀਂ ਤਰਸ ਦੂਸਰਿਆਂ ਨੂੰ ਦਿਖਾਓਗੇ, ਮੈਂ ਤੁਹਾਡੀ ਧਰਤੀ ਨੂੰ ਉਨੀ ਪੈਦਾਵਾਰ ਵਧਾ ਦੂੰਗਾ। ਮੈਂ ਤੁਹਾਨੂੰ ਉਨੀ ਜ਼ਿਆਦਾ ਤੁਹਾਡੇ ਜੋ ਕੁਝ ਵੀ ਤੁਸੀਂ ਤੁਹਾਡੀ ਕਮਾਈ ਦੇ ਵਿੱਚ ਮੈਂ ਬਰਕਤ ਪਾ ਦੂੰਗਾ। ਸਾਡੇ ਲਈ ਕੀ ਆ, ਸਾਡੇ ਕੋਲ ਕੋਈ ਧਰਤੀਆਂ ਨਹੀਂ ਇੱਥੇ, ਅਸੀਂ ਸਭ ਜੋਬਾਂ ਵਾਲੇ ਆ। ਪ੍ਰਭੂ ਦਾ ਕਹਿਣ ਦਾ ਮਤਲਬ ਕਿ ਮੈਂ ਪ੍ਰਭੂ ਤੁਹਾਡੀ ਕਮਾਈ ਦੇ ਵਿੱਚ ਬਰਕਤ ਪਾ ਦੂੰਗਾ। ਮੈਂ ਤੁਹਾਨੂੰ ਏਦਾਂ ਦੀਆਂ ਚੀਜ਼ਾਂ ਦਊਂਗਾ ਜਿਹੜੀਆਂ ਤੁਹਾਡੇ ਸੌਣ ਤੋਂ ਬਾਅਦ ਮੈਂ ਤੁਹਾਨੂੰ ਇੰਨੀ ਬਰਕਤ ਦਊਂਗਾ। ਸ਼ਰਤ ਇਹ ਆ ਕਿ ਜਿੱਦਾਂ ਮੈਂ ਤਰਸਵਾਨ ਆ ਔਰ ਮੈਂ ਤੁਹਾਡੇ ਤੇ ਤਰਸ ਖਾਦਾ, ਏਦਾਂ ਹੀ ਤੁਸੀਂ ਤਰਸਵਾਨ ਰਹੋ, ਔਰ ਆਪਣੇ ਭਰਾਵਾਂ ਦੇ ਉੱਤੇ ਹਮੇਸ਼ਾ ਤੁਹਾਡਾ ਜਿਹੜਾ ਅੱਖ ਆ ਉਹ ਤਰਸਾੜੀ ਰਹਿਣੀ ਚਾਹੀਦੀ ਹੈ, ਉਹਨਾਂ ਭਰਾਵਾਂ ਦੇ ਲਈ ਜੋ ਗਰੀਬ ਔਰ ਮੋਸਟਲੀ ਇਹਨਾਂ ਨੇ ਕਾਫੀ ਚਿਰ ਇਹਨਾਂ ਲੋਕਾਂ ਨੇ ਇਹਨਾਂ ਚੀਜ਼ਾਂ ਨੂੰ ਮੰਨਿਆ। ਜਰਮਾਇਆ ਆਲਮੋਸਟ ਤੁਸੀਂ ਇਹ ਕਹਿ ਸਕਦੇ ਕਿ ਆਜ਼ਾ ਤੇ ਜਰਮਾਇਆ ਦੇ ਦਿਨਾਂ ਦੇ ਵਿੱਚ ਜਾ ਕੇ ਇਹ ਇਹਨਾਂ ਚੀਜ਼ਾਂ ਨੂੰ ਭੁੱਲ ਗਏ ਸੀਗੇ, ਔਰ ਫਿਰ ਇਹਨਾਂ ਨੂੰ ਸਜ਼ਾ ਮਿਲੀ ਸੀ, ਲੇਕਿਨ ਇਹਨਾਂ ਨੇ ਇਹਨਾਂ ਚੀਜ਼ਾਂ ਨੂੰ ਰੱਖਿਆ। ਔਰ ਸੋਲੋਮਨ ਦੇ ਤੱਕ ਇਹ ਐਸਾ ਸਮਾਂ ਆ ਗਿਆ ਸੀਗਾ ਕਿ ਚਾਂਦੀ ਦੇ ਤਿੱਲਿਆਂ ਦੇ ਨਾਲ ਘੋੜੇ ਵੱਜੇ ਹੋ ਸੀ, ਔਰ ਪ੍ਰਭੂ ਨੇ ਇੰਨੀ ਬਰਕਤ ਦਿੱਤੀ ਸੀ ਕਿ ਧਨ ਗਿਣਿਆ ਨਹੀਂ ਸੀ ਜਾ ਸਕਦਾ, ਇੰਨਾ ਧਨ ਸੀਗਾ ਪ੍ਰਭੂ ਨੇ ਇਹਨਾਂ ਲੋਕਾਂ ਨੂੰ ਦਿੱਤਾ। ਸੋ ਆਓ ਅਸੀਂ ਹੁਣ ਇਸ ਨੂੰ 12 ਤੋਂ ਲੈ ਕੇ ਤੇ ਦੇਖਦੇ ਹੈਗੇ ਆ 18 ਤੱਕ। ਮੈਂ ਪੜ੍ਹਦੀ। ਜੇਕਰ ਕਦੀ ਤੁਹਾਡਾ ਆਪਣਾ ਕੋਈ ਅਬਰਾਨੀ ਆਦਮੀ ਜਾਂ ਔਰਤ ਆਪਣੇ ਆਪ ਨੂੰ ਗੁਲਾਮ ਦੇ ਤੌਰ ਤੇ ਤੁਹਾਡੇ ਅੱਗੇ ਵੇਚ ਦੇਵੇ, ਤਾਂ ਤੁਸੀਂ ਉਸ ਨੂੰ 6 ਸਾਲ ਖਤਮ ਹੋਣ ਤੇ 7ਵੇਂ ਛੂਟ ਵਾਲੇ ਸਾਲ ਵਿੱਚ ਆਜ਼ਾਦ ਕਰ ਦੇਣਾ। ਇਸ ਗੱਲ ਦਾ ਵੀ ਖਿਆਲ ਰੱਖਣਾ ਕਿ ਉਸ ਨੂੰ ਆਜ਼ਾਦ ਕਰਦੇ ਸਮੇਂ ਉਸ ਨੂੰ ਖਾਲੀ ਹੱਥ ਆਪਣੇ ਕੋਲੋਂ ਨਾ ਘੱਲਣਾ, ਸਗੋਂ ਤੁਸੀਂ ਉਸ ਨੂੰ ਪ੍ਰਭੂ ਆਪਣੇ ਪਰਮੇਸ਼ਰ ਤੋਂ ਮਿਲੀ ਅਸੀਸ ਅਨੁਸਾਰ ਖੁਸ਼ੀ ਅਤੇ ਖੁੱਲ੍ਹ ਦਿਲੀ ਨਾਲ ਆਪਣੀਆਂ ਭੇਡਾਂ ਬੱਕਰੀਆਂ ਵਿੱਚੋਂ, ਆਪਣੀ ਫਸਲ ਵਿੱਚੋਂ ਅਤੇ ਅੰਗੂਰਾਂ ਵਿੱਚੋਂ ਉਸ ਨੂੰ ਦੇਣਾ। ਤੁਸੀਂ ਇਹ ਚੰਗੀ ਤਰ੍ਹਾਂ ਨਾਲ ਯਾਦ ਰੱਖਣਾ ਕਿ ਤੁਸੀਂ ਆਪ ਵੀ ਇੱਕ ਸਮੇਂ ਮਿਸਰ ਦੇਸ਼ ਵਿੱਚੋਂ ਗੁਲਾਮ ਸੋ, ਅਤੇ ਪਰਮੇਸ਼ਰ ਨੇ ਆਪ ਤੁਹਾਨੂੰ ਉੱਥੋਂ ਛੁਡਾਇਆ ਸੀ। ਇਸ ਲਈ ਅੱਜ ਮੈਂ ਤੁਹਾਨੂੰ ਇਹ ਆਗਿਆ ਦੇ ਰਿਹਾ ਹਾਂ, ਪਰ ਜੇਕਰ ਤੁਹਾਡਾ ਗੁਲਾਮ ਤੁਹਾਡੇ ਤੋਂ ਵੱਖ ਨਹੀਂ ਹੋਣਾ ਚਾਹੁੰਦਾ ਹੈ, ਕਿਉਂਕਿ ਉਹ ਤੁਹਾਨੂੰ ਅਤੇ ਤੁਹਾਡੇ ਟੱਬਰ ਨੂੰ ਪਿਆਰ ਕਰਦਾ ਅਤੇ ਤੁਹਾਡੇ ਨਾਲ ਪੂਰੀ ਤਰ੍ਹਾਂ ਨਾਲ ਖੁਸ਼ ਹੈ, ਤਦ ਤੁਸੀਂ ਇੱਕ ਆਰੀ ਲੈ ਕੇ ਉਸਦਾ ਕੰਨ ਆਪਣੇ ਘਰ ਦੇ ਦਰਵਾਜ਼ੇ ਦੇ ਨਾਲ ਲਾ ਕੇ ਬੰਨ੍ਹ ਦੇਣਾ। ਇਸ ਦੇ ਪਿੱਛੋਂ ਉਹ ਤੁਹਾਡਾ ਹਮੇਸ਼ਾ ਦੇ ਲਈ ਗੁਲਾਮ ਠਹਿਰੇਗਾ। ਇਸੇ ਤਰ੍ਹਾਂ ਹੀ ਤੁਸੀਂ ਆਪਣੀ ਗੁਲਾਮ ਔਰਤ ਨਾ ਕਰਨਾ। ਤੁਸੀਂ ਆਪਣੇ ਗੁਲਾਮ ਨੂੰ ਆਜ਼ਾਦ ਕਰਦੇ ਸਮੇਂ ਦੁਖੀ ਨਾ ਹੋਣਾ, ਕਿਉਂਕਿ ਇੱਕ ਤਰ੍ਹਾਂ ਨਾਲ 6 ਸਾਲ ਤੱਕ ਉਸਨੇ ਰੋਜ਼ ਮਿਲਣ ਵਾਲੇ ਨੌਕਰ ਦੇ ਮੁਕਾਬਲੇ ਤੇ ਅੱਧੀ ਦਿਹਾੜੀ ਦਾ ਮੁੱਲ ਲੈ ਕੇ ਤੁਹਾਨੂੰ ਪੂਰਾ ਸਮਾਂ ਦਿੱਤਾ ਹੈ। ਇਹ ਕਾਰਨ ਤੇ ਪ੍ਰਭੂ ਤੁਹਾਡਾ ਪਰਮੇਸ਼ਰ ਤੁਹਾਡੇ ਹਰ ਕੰਮ ਤੋਂ ਅਸੀਸ ਦੇਵੇਗਾ। ਇਹ ਬੜੀ ਪਿਆਰੀ ਆਇਤ ਹੈ, ਇਹ ਬੜਾ ਪਿਆਰਾ ਹਿੱਸਾ ਹੈ। ਉਹ ਇਹ ਹੈ ਕਿ ਤੁਸੀਂ ਹੁਣ ਆਪਣੇ ਭੈਣਾਂ ਭਰਾਵਾਂ ਦੇ ਨਾਲ ਕਿੱਦਾਂ ਕਰਨਾ। ਮੰਨ ਲਓ ਕਿ ਕੋਈ ਕਿਸੇ ਤੇ ਇੰਨਾ ਹੀ ਭਾਰੀ ਆ ਗਈ ਆ ਕਿ ਉਸਨੂੰ ਆਪਣੇ ਆਪ ਨੂੰ ਗੁਲਾਮ ਬਣਾਉਣਾ ਪਿਆ, ਗੁਲਾਮੀ ਦੇ ਵਿੱਚ ਵੇਚਣਾ ਪਿਆ,
ਔਰ ਜਿਸ ਵੇਲੇ ਉਸਨੇ ਆਪਣੇ ਆਪ ਨੂੰ ਗੁਲਾਮੀ ਦੇ ਵਿੱਚ ਵੇਚ ਦਿੱਤਾ ਤਾਂ ਪ੍ਰਭੂ ਨੇ ਕਿਹਾ ਕਿ ਇਸ ਚੀਜ਼ ਨੂੰ ਹਮੇਸ਼ਾ ਯਾਦ ਰੱਖੋ ਕਿ ਉਹ ਤੁਹਾਨੂੰ ਗੁਲਾਮੀ ਦੇ ਵਿੱਚ ਵੇਚ ਕੇ ਉਹਨੇ ਤੁਹਾਡੇ ਲਈ ਕੰਮ ਕੀਤਾ। ਸੋ ਅਗਰ ਉਹ 7ਵੇਂ ਸਾਲ ਦੇ ਵਿੱਚ ਜਾ ਕੇ ਆਜ਼ਾਦ ਹੋਣਾ ਮੰਗਦਾ ਤਾਂ ਤੁਸੀਂ ਉਸ ਨੂੰ ਆਪਣੇ ਘਰੋਂ ਖਾਲੀ ਹੱਥ ਨਹੀਂ ਘੱਲਣਾ। ਕਿਤੇ ਇਹ ਨਾ ਹੋਵੇ ਕਿ ਉਸ ਨੂੰ ਮੁੜ ਕੇ ਫਿਰ ਆਪਣੇ ਆਪ ਨੂੰ ਗੁਲਾਮੀ ਦੇ ਵਿੱਚ ਵੇਚਣਾ ਪਵੇ। ਸੋ ਉਸ ਨੂੰ ਉਸ ਦੀ ਜ਼ਰੂਰਤ ਅਨੁਸਾਰ ਚੀਜ਼ਾਂ ਦੇ ਕੇ, ਉਸ ਨੂੰ ਖੁੱਲ੍ਹ ਦਿਲੀ ਦੇ ਨਾਲ ਚੀਜ਼ਾਂ ਦੇ ਕੇ ਆਪਣੇ ਘਰੋਂ ਤੋਰਨਾ ਉਸਨੂੰ, ਔਰ ਤਾਂ ਕਿ ਉਹ ਜਾ ਕੇ ਆਪਣਾ ਜੀਵਨ ਸ਼ੁਰੂ ਕਰ ਸਕੇ। ਕਿਉਂਕਿ ਤੁਸੀਂ ਵੀ ਗੁਲਾਮ ਸੀ, ਪਰ ਜਿਸ ਵੇਲੇ ਮੈਂ ਪ੍ਰਭੂ ਕਹਿੰਦਾ ਮੈਂ ਤੁਹਾਨੂੰ ਉੱਥੋਂ ਲੈ ਕੇ ਆਇਆ ਸੀ ਤਾਂ ਮੈਂ ਤੁਹਾਨੂੰ ਖਾਲੀ ਹੱਥ ਨਹੀਂ ਉੱਥੋਂ ਲੈ ਕੇ ਆਇਆ। ਇਜਿਪਟ ਦੇ ਲੋਕਾਂ ਨੇ ਦਾ ਸੋਨਾ, ਚਾਂਦੀ, ਤਾਂਬਾ, ਜਿਹੜੀ ਚੀਜ਼ ਦੀ ਤੁਹਾਨੂੰ ਜ਼ਰੂਰਤ ਸੀ, ਕੱਪੜੇ, ਹਰ ਤਰ੍ਹਾਂ ਦੀ ਭੇਡ, ਬੱਕਰੀ, ਊਂਠ, ਦੂਜੇ ਬਲਦ ਤੇ ਜਿਹੜੀਆਂ ਗੱਡੀਆਂ, ਜਿਹੜੇ ਗੱਡੇ, ਤੁਸੀਂ ਉਹ ਸਾਰੀਆਂ ਚੀਜ਼ਾਂ ਨਾਲ ਲੱਦ ਕੇ ਲੈ ਕੇ ਆਏ ਸੀ। ਮੈਂ ਤੁਹਾਨੂੰ ਖਾਲੀ ਹੱਥ ਨਹੀਂ ਲੈ ਕੇ ਆਇਆ, ਮੈਂ ਤੁਹਾਨੂੰ ਉੱਥੋਂ ਸਭ ਕੁਝ ਦੇ ਕੇ ਲੈ ਕੇ ਆਇਆ, ਔਰ ਜਿੱਥੇ ਲੈ ਕੇ ਜਾ ਰਹੇ ਹਾਂ ਉੱਥੇ ਤੁਹਾਨੂੰ ਮੈਂ ਹੋਰ ਦੇਣਾ। ਸੋ ਤੁਸੀਂ ਇਸ ਚੀਜ਼ ਨੂੰ ਯਾਦ ਰੱਖਣਾ ਕਿ ਜਿਹੜੇ ਤੁਸੀਂ ਆਪਣੇ ਗੁਲਾਮ ਨੂੰ ਯਾਦ ਕਰੋ ਤੇ ਇਸ ਚੀਜ਼ ਨੂੰ ਯਾਦ ਰੱਖਣਾ, ਮੈਂ ਤੁਹਾਨੂੰ ਦੇ ਕੇ ਤੋਰਿਆ ਸੀ, ਔਰ ਇਸੇ ਤਰ੍ਹਾਂ ਤੁਸੀਂ ਉਸ ਨੂੰ ਦੇ ਕੇ ਤੋਰਨਾ, ਔਰ ਉਹ ਉਸ ਚੀਜ਼ ਦੀ ਯਾਦਗਾਰੀ ਹੋਏਗੀ ਕਿ ਕਿਸ ਤਰ੍ਹਾਂ ਮੈਂ ਤੁਹਾਨੂੰ ਕੱਢ ਕੇ ਲੈ ਕੇ ਆਇਆ ਸੀ। ਸੋ ਬੇਸਿਕਲੀ ਜਿਹੜੀ ਇਹ ਚੀਜ਼ ਦਿੱਤੀ ਜਾ ਰਹੀ ਆ ਇਹ ਇਸ ਚੀਜ਼ ਦੇ ਵਿੱਚ। ਤੇ ਮੰਨ ਲਓ ਕਿ ਕੋਈ ਗੁਲਾਮ ਆ, ਉਹ ਨਹੀਂ ਜਾਣਾਂਗੇ, ਉਹਨੂੰ ਸਾਰੇ ਟੱਬਰ ਦੇ ਨਾਲ ਪਿਆਰ ਹੋ ਗਿਆ ਆ, ਤੇ ਉਸ ਦੇ ਲਈ ਫਿਰ ਇੱਕ ਉਹਨਾਂ ਦੇ ਕੋਲ ਇੱਕ ਵਿਧੀ ਸੀ ਬਹੁਤ ਵੱਡਾ, ਜਿਸ ਤਰ੍ਹਾਂ ਕਿ ਤੁਸੀਂ ਇਹ ਕਹ ਲਓ ਕਿ ਜਸ਼ਨ ਮਨਾਇਆ ਜਾਂਦਾ ਸੀ। ਸਭ ਤੋਂ ਪਹਿਲਾਂ ਕਿ ਜਸ਼ਨ ਵਾਲਾ ਦਿਨ ਹੁੰਦਾ ਸੀ। ਸੋ ਸਾਰੇ ਪਿੰਡ ਨੂੰ ਜਾਂ ਪਿੰਡ ਦੇ ਇਲਾਕੇ ਜਾਂ ਉਸ ਇਲਾਕੇ ਦੇ ਲੋਕਾਂ ਨੂੰ ਸੱਦਦੇ ਸੀ, ਉੱਥੇ ਬਲਦ ਵੱਢੇ ਜਾਂਦੇ ਸੀ, ਖਾਣਾ ਤਿਆਰ ਕੀਤਾ ਜਾਂਦਾ ਸੀ, ਔਰ ਫਿਰ ਜਿਹੜਾ ਫਿਰ ਜਿਹੜਾ ਘਰ ਦਾ ਮਾਲਕ ਹੁੰਦਾ ਸੀ ਉਹ ਇੱਕ ਆਰ ਮਤਲਬ ਜਿੱਦਾਂ ਤੁਹਾਨੂੰ ਪਤਾ ਇੰਡੀਆ ਦੇ ਵਿੱਚ ਬੋਰੀਆਂ ਸੀਨ ਵਾਲਾ ਸੂਏ ਹੁੰਦੇ ਸੀਗੇ, ਉਹ ਲੈ ਕੇ ਤੇ ਉਸਦੇ ਕੰਨ ਦੇ ਵਿੱਚ ਛੇਕ ਕਰਦੇ ਸੀ। ਤੇ ਫਿਰ ਸਾਰਿਆਂ ਨੂੰ ਪਤਾ ਹੁੰਦਾ ਸੀ ਕਿ ਇਹ ਜਿਹੜਾ ਗੁਲਾਮ ਆ ਇਹ ਹੁਣ ਗੁਲਾਮ ਨਹੀਂਗਾ, ਇਹ ਘਰ ਦਾ ਮੈਂਬਰ ਬਣ ਜਾਊ, ਇਹ ਪਰਿਵਾਰ ਦਾ ਮੈਂਬਰ ਬਣ ਜਾਊ, ਔਰ ਉਸਦੇ ਉੱਤੇ ਯਕੀਨ ਬਹੁਤ ਹੁੰਦਾ ਸੀ, ਉਸਦੇ ਉੱਤੇ ਯਕੀਨ ਬਹੁਤ ਹੁੰਦਾ ਸੀ। ਉਹ ਬੇਸਿਕਲੀ ਸਾਰੀਆਂ ਚੀਜ਼ਾਂ ਉਹਦੇ ਕੰਟਰੋਲ 'ਚ ਹੁੰਦੀਆਂ ਸੀ। ਇਹ ਨਹੀਂ ਕਿ ਉਹਨੂੰ ਗੁਲਾਮਾਂ ਵਾਂਗੂ ਨਹੀਂ ਵਰਤਿਆ ਜਾਂਦਾ ਸੀ, ਸਾਰੀਆਂ ਚੀਜ਼ਾਂ ਦਾ ਕੰਟਰੋਲ ਉਹਦੇ ਕੋਲ ਹੁੰਦਾ ਸੀ, ਔਰ ਉਹ ਘਰ ਦੇ ਵਿੱਚ ਇੱਕ ਮਾਲਕ ਤੋਂ ਬਾਅਦ ਇੱਕ ਉਸਦੀ ਪੋਜੀਸ਼ਨ ਹੁੰਦੀ ਸੀ। ਉਹ ਬਾਕੀ ਦੇ ਲੋਕਾਂ ਤੋਂ ਕੰਮ ਕਰਾਉਂਦਾ ਸੀ, ਸਭ ਕੁਝ ਸੰਭਾਲਦਾ ਸੀ, ਔਰ ਉਸ ਨੂੰ ਘਰ ਦੇ ਮੈਂਬਰ ਦੇ ਵਾਂਗ ਟ੍ਰੀਟ ਕੀਤਾ ਜਾਂਦਾ ਸੀ। ਘਰ ਦੇ ਮੈਂਬਰਾਂ ਦੇ ਨਾਲ ਬੈਠ ਕੇ ਖਾਂਦਾ ਸੀ। ਸੋ ਇੱਕ ਬੜੀ ਪਿਆਰੀ ਚੀਜ਼ ਜਿਹੜੀ ਪ੍ਰਭੂ ਨੇ ਇੱਥੇ ਸਾਨੂੰ ਦਿਖਾਈ ਆ ਕਿ ਇੱਕ ਬਾਹਰੋਂ ਆ ਕੇ ਬੰਦਾ ਘਰ ਦਾ ਮੈਂਬਰ ਬਣ ਗਿਆ, ਔਰ ਜਿਸ ਲਈ ਉਸ ਨੂੰ ਘਰ ਦਾ ਮੈਂਬਰ ਬਣਾਇਆ ਗਿਆ ਉਸ ਲਈ ਇੱਕ ਵੱਡਾ ਜਸ਼ਨ ਕੀਤਾ ਗਿਆ, ਔਰ ਉਸ ਵੇਲੇ ਬਲੀਆਂ ਦਿੱਤੀਆਂ ਗਈਆਂ, ਉਸ ਦੇ ਨਾਲ ਹੀ ਉਸਦੇ ਕੰਨ ਦੇ ਤੇ ਨਿਸ਼ਾਨ ਲਾਇਆ ਗਿਆ ਕਿ ਉਹ ਘਰ ਦਾ ਮੈਂਬਰ ਬਣ ਗਿਆ। It's a beautiful ਜਿਹੜੀ ਅਸੀਂ ਇੱਥੇ ਦੇਖਦੇ ਪਏ। ਸੋ ਹੁਣ ਆਓ ਅਸੀਂ 19 ਤੋਂ ਇਸ ਚੈਪਟਰ ਨੂੰ ਖਤਮ ਕਰੀਏ। ਮੈਂ ਪੜ੍ਹ ਦਵਾਂ। ਜਾਨਵਰਾਂ ਦੇ ਪਲੋਠੇ। ਤੁਸੀਂ ਆਪਣੇ ਜਾਨਵਰਾਂ, ਗਾਵਾਂ, ਭੇਡਾਂ ਆਦਿ ਦੇ ਪਲੋਠੇ ਨਰਾਂ ਨੂੰ ਪ੍ਰਭੂ ਆਪਣੇ ਪਰਮੇਸ਼ਰ ਲਈ ਅਰਪਿਤ ਕਰਨਾ। ਤੁਸੀਂ ਆਪਣੀ ਗਾਂ ਜਾਂ ਮੱਝ ਆਦਿ ਦੇ ਪਲੋਠੇ ਤੋਂ ਕੋਈ ਕੰਮ ਨਾ ਲੈਣਾ, ਅਤੇ ਨਾ ਹੀ ਆਪਣੀ ਭੇਡ ਦੇ ਪਲੋਠੇ ਦੀ ਉੱਨ ਕੁਤਰਨਾ। ਇਹਨਾਂ ਨੂੰ ਤੁਸੀਂ ਅਤੇ ਤੁਹਾਡੇ ਟੱਬਰ ਮਿਲ ਕੇ ਪ੍ਰਭੂ ਆਪਣੇ ਪਰਮੇਸ਼ਰ ਦੇ ਸਾਹਮਣੇ ਉਸਦੀ ਚੁਣੀ ਹੋਈ ਥਾਂ ਤੇ ਜਾ ਕੇ ਖਾਣਾ। ਪਰ ਜੇਕਰ ਇਹ ਕਿਸੇ ਤਰ੍ਹਾਂ ਨਾਲ ਦਾਗੀ ਹੋਵੇ, ਅਰਥਾਤ ਲੰਗਾ ਜਾਂ ਅੰਨਾ ਹੋਵੇ, ਜਾਂ ਕਿਸੇ ਹੋਰ ਤਰ੍ਹਾਂ ਦਾ ਇਸ ਨੂੰ ਵੱਜ
ਲੱਗਾ ਹੋਵੇ ਤਾਂ ਤੁਸੀਂ ਇਸ ਨੂੰ ਪ੍ਰਭੂ ਆਪਣੇ ਪਰਮੇਸ਼ਰ ਦੇ ਸਾਹਮਣੇ ਅਰਪਿਤ ਨਾ ਕਰਨਾ। ਤੁਸੀਂ ਉਸ ਨੂੰ ਆਪਣੇ ਨਗਰ ਦੇ ਅੰਦਰ ਸ਼ੁੱਧ ਅਤੇ ਅਸ਼ੁੱਧ ਮਿਲ ਕੇ, ਜਿਵੇਂ ਤੁਸੀਂ ਹਿਰਨ ਜਾਂ ਚਕਾਰਾ ਨੂੰ ਖਾਂਦੇ ਹੋ, ਖਾ ਲੈਣਾ। ਤੁਸੀਂ ਕੇਵਲ ਉਸ ਦਾ ਖੂਨ ਨਾ ਖਾਣਾ, ਉਸ ਨੂੰ ਤੁਸੀਂ ਪਾਣੀ ਦੀ ਤਰ੍ਹਾਂ ਧਰਤੀ ਤੇ ਡੋਲ ਦੇਣਾ। ਆਮੀਨ। ਪਲੋਠਿਆਂ ਦੇ ਜਿਹੜੇ ਨਿਯਮ ਹੁੰਦੇ ਸੀ ਕਿ ਜਿਸ ਲਈ ਕਿਸੇ ਵੀ ਜਾਨਵਰ ਦਾ ਪਲੋਠਾ ਪੈਦਾ ਹੁੰਦਾ ਸੀ, ਜਾਂ ਉਸਦੀ ਕੀਮਤ ਦਿੱਤੀ ਜਾਂਦੀ ਸੀ, ਦੇ ਦਿੱਤੀ ਜਾਂਦੀ ਸੀਗੀ, ਜਾਂ ਉਸਦੀ ਕੀਮਤ ਪਾਈ ਜਾਂਦੀ ਸੀ। ਉਸਦੀ ਕੀਮਤ ਜਿਹੜੀ ਹੁੰਦੀ ਸੀ ਉਹਦੇ ਵਿੱਚ ਉਹ 30% ਹੋਰ ਐਡ ਕਰਕੇ ਤਾਂ ਉਹ ਮੰਦਰ ਦੇ ਵਿੱਚ ਦੇ ਦਿੰਦੇ ਸੀ। ਸੋ ਉਸਦੀ ਕੀਮਤ ਦੇ ਕੇ ਤਾਂ ਉਸ ਨੂੰ ਬਚਾ ਲਿਆ ਜਾਂਦਾ ਸੀ, ਜਾਂ ਫਿਰ ਉਸ ਨੂੰ ਇਸ ਤਰ੍ਹਾਂ ਬਲੀ ਦੇ ਰੂਪ ਦੇ ਵਿੱਚ ਪ੍ਰਭੂ ਦੇ ਸਾਹਮਣੇ ਚੜਾ ਦਿੱਤਾ ਜਾਂਦਾ ਸੀ। ਲੇਕਿਨ ਜੇ ਉਹ ਦਾਗੀ ਹੋਵੇ ਤਾਂ, ਕਿਉਂਕਿ ਦਾਗੀ ਜਿਹੜਾ ਹੈਗਾ ਜਾਨਵਰ, ਉਹ ਪ੍ਰਭੂ ਦੇ ਸਾਹਮਣੇ ਨਹੀਂ ਚੜਾਇਆ ਜਾ ਸਕਦਾ, ਤੇ ਫਿਰ ਉਸ ਦੇ ਲਈ ਨਿਯਮ ਇਹ ਦਿੱਤੇ ਜਾ ਸਕੇ ਕਿ ਉਹ ਇੱਕ ਆਮ ਜਾਨਵਰ ਦੇ ਵਾਂਗ ਉਸ ਨੂੰ ਤੁਸੀਂ ਵਰਤ ਸਕਦੇ। ਲੇਕਿਨ ਜਿਹੜਾ ਭੇਡ ਦਾ, ਮੱਝ ਦਾ, ਗਾਂ ਦਾ ਜਿਹੜਾ ਪਲੋਠਾ ਆ, ਉਹ ਪਲੋਠਿਆਂ ਨੂੰ ਤੁਸੀਂ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਚੜਾਉਣਾ। ਜਿਸ ਲਈ ਬੇਸਿਕਲੀ 1 ਸਾਲ ਦੇ ਜਿਸ ਹੋ ਜਾਂਦੇ ਸੀਗੇ, 1 ਸਾਲ ਦੀ ਉਮਰ ਦੇ ਹੋ ਜਾਂਦੇ ਸੀਗੇ, ਤਾਂ ਉਹਨਾਂ ਦੇ ਲਈ ਉਹਨਾਂ ਨੂੰ ਬਲੀਆਂ ਦੇ ਲਈ ਫਿਰ ਵਰਤੇ ਜਾਂਦਾ ਸੀ। ਸੋ ਹੁਣ ਆ ਗਿਆ ਤਿਉਹਾਰ। ਇੱਕ ਤਿਉਹਾਰ ਅਸੀਂ ਦੇਖ ਸਕਦੇ ਹਾਂ, ਸ਼ਾਇਦ ਤਰਨਜੀਤ ਨੇ ਇਸ ਸੰਡੇ ਦਾ ਮੈਸੇਜ ਅਪਲੋਡ ਨਾ ਕੀਤਾ ਹੋਵੇ। ਉਸ ਮੈਸੇਜ ਦੇ ਵਿੱਚ ਅਸੀਂ ਜਿਹੜਾ ਦੇਖਿਆ ਸੀਗਾ, ਉਹ ਅਸੀਂ ਸਬਤ ਦੇ ਬਾਰੇ ਦੇਖਿਆ ਸੀ ਕਿ ਜਿਹੜਾ ਪ੍ਰਭੂ ਨੇ ਸਬਤ ਨੂੰ ਉਸਨੇ ਪਵਿੱਤਰ ਕੀਤਾ। ਕਹਿਣ ਦਾ ਕੀ ਮਤਲਬ ਕਿ ਜਿਹੜੇ 6 ਦਿਨ ਪ੍ਰਭੂ ਨੇ ਸਾਰੀ ਧਰਤੀ ਰਚੀ, ਔਰ ਜਿਹੜਾ ਸਭ ਤੋਂ ਪਹਿਲਾ ਤਿਉਹਾਰ ਮਨਾਇਆ ਗਿਆ ਇਸ ਧਰਤੀ ਤੇ, ਉਹ ਸਬਤ ਦਾ ਤਿਉਹਾਰ ਸੀ। ਸੋ ਜਿਹੜਾ ਸਬਤ ਆ ਸਾਡੇ ਲਈ, ਉਹ ਇੱਕ ਪਵਿੱਤਰ ਦਿਨ ਆ, ਉਹ ਇੱਕ ਪਵਿੱਤਰ ਤਿਉਹਾਰ ਆ ਸਾਡੇ, ਜਿਹੜਾ ਅਸੀਂ ਸਾਲ ਦੇ ਵਿੱਚ 52 ਵਾਰੀ ਮਨਾਉਂਦੇ। ਸੋ ਅਗਰ ਦੇਖਿਆ ਜਾਵੇ ਤਾਂ ਸਭ ਤੋਂ ਜ਼ਿਆਦਾ ਜਿਹੜੇ ਤਿਉਹਾਰ ਆ ਉਹ ਸਾਡੇ ਕੋਲ, ਲੋਕਾਂ ਕੋਲ ਤਾਂ ਮਹੀਨੇ ਦੇ ਵਿੱਚ ਇੱਕ ਆਉਂਦਾ ਹੋ, ਜਾਂ ਕਿਸੇ ਸਾਲ 2 ਆਉਂਦੇ ਹੋਣਗੇ, ਸਾਡੇ ਕੋਲ 52 ਤਾਂ ਇਹ ਹੋਈ। ਠੀਕ, ਤੇ ਫਿਰ ਉਸ ਤੋਂ ਬਾਅਦ 4 ਜਿਹੜੇ ਵੱਡੇ ਹੋਰ ਆ, ਉਹਨਾਂ ਦੇ ਬਾਰੇ ਦੱਸਿਆ ਗਿਆ। ਸੋ ਸਬਤ ਜਿਹੜਾ ਸਾਨੂੰ ਦਿੱਤਾ ਗਿਆ, 7ਵਾਂ ਦਿਨ ਜਿਹੜਾ ਅਸੀਂ ਚੁਣਿਆ ਆ ਪ੍ਰਭੂ ਦੇ ਲਈ, ਉਹ ਇੱਕ ਤਿਉਹਾਰ, ਉਸ ਨੂੰ ਤਿਉਹਾਰ ਦੀ ਤਰ੍ਹਾਂ ਮਨਾਓ। 7ਵੇਂ ਦਿਨ ਇਹ ਨਾ ਕਹੋ ਕਿ ਜੀ ਅੱਜ ਚਰਚ ਜਾਣਾ ਆ, ਨਹੀਂ, ਏਦਾਂ ਨਹੀਂ। ਉਹ ਜਾਂਕੀ ਤਾਂ ਬੰਦ ਸੀ, ਖੁਸ਼ੀ ਦੇ ਨਾਲ ਪ੍ਰਭੂ ਦੀ ਫਿਰ ਕਿੱਥੇ, ਖੁਸ਼ੀ ਦੇ ਨਾਲ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਜਾਓ। ਮੈਂ ਖੁਸ਼ ਹੋਇਆ ਜਦ ਮੈਨੂੰ ਆਖਣ ਲੱਗੇ ਕਿ ਆਓ ਪ੍ਰਭੂ, ਆਓ ਖੁਦਾ ਦੇ ਘਰ। ਸੋ ਉਹ ਖੁਸ਼ੀ ਦੇ ਨਾਲ ਮਨਾਓ, ਔਰ ਉਹ ਤਿਉਹਾਰ ਦੀ ਤਰ੍ਹਾਂ। ਸੋ ਇਹ ਪ੍ਰਭੂ ਦਾ ਹੁਕਮ। ਸੋ ਉਹ ਤੁਸੀਂ ਮੈਸੇਜ ਦੇ ਵਿੱਚ, ਜਿਹੜੀ ਸਾਡੀ ਐਵਰਸਵੁੱਡ ਪੰਜਾਬੀ ਚਰਚ ਦਾ ਜਿਹੜੀ ਵੈਬਸਾਈਟ ਆ, ਉਹਦੇ ਮੈਸੇਜ ਤੋਂ ਉੱਥੋਂ ਉਹ ਸੰਡੇ ਦਾ ਮੈਸੇਜ ਦੇਖ ਸਕਦੇ। ਲੇਕਿਨ ਹੁਣ ਅਸੀਂ ਬਾਕੀ ਦੇ ਤਿਉਹਾਰ ਉਹਨਾਂ ਨੂੰ ਦੇਖਦੇ ਹਾਂ। ਸੋ ਆਓ 16 ਉਸਦੀ 1 ਆਇਤ ਤੋਂ ਲੈ ਕੇ 7 ਆਇਤ। ਮੈਂ ਪੜ੍ਹਦੀ ਪਾਸਟਰ। ਪਸਾਹ ਦਾ ਤਿਉਹਾਰ। ਤੁਸੀਂ ਅਬੀਬ ਦੇ ਮਹੀਨੇ ਨੂੰ ਹਮੇਸ਼ਾ ਯਾਦ ਰੱਖਣਾ। ਇਸੇ ਮਹੀਨੇ ਵਿੱਚ ਤੁਸੀਂ ਪ੍ਰਭੂ ਆਪਣੇ ਪਰਮੇਸ਼ਰ ਦੇ ਲਈ ਪਸਾਹ ਦਾ ਤਿਉਹਾਰ ਮਨਾਇਆ ਕਰਨਾ, ਕਿਉਂਕਿ ਅਬੀਬ ਦੇ ਮਹੀਨੇ ਵਿੱਚ ਹੀ ਪ੍ਰਭੂ ਤੁਹਾਡਾ ਪਰਮੇਸ਼ਰ ਰਾਤ ਦੇ ਵੇਲੇ ਤੁਹਾਨੂੰ ਮਿਸਰ ਦੇਸ਼ ਤੋਂ ਲਿਆਇਆ ਸੀ। ਇਸੇ ਤਿਉਹਾਰ ਦੇ ਸਮੇਂ ਤੁਸੀਂ ਪ੍ਰਭੂ ਆਪਣੇ ਪਰਮੇਸ਼ਰ ਦੇ ਲਈ ਪਸਾਹ ਦੀ ਕੁਰਬਾਨੀ ਉਸ ਥਾਂ ਤੇ ਲੈ ਕੇ ਜਾ ਕੇ ਚੜਾਉਣਾ ਜੋ ਪ੍ਰਭੂ ਆਪਣੇ ਨਾਂ ਦੇ ਵਾਸਤੇ ਲਈ ਚੁਣੇਗਾ। ਤੁਸੀਂ ਇਸ ਸਮੇਂ ਖਮੀਰੀ ਰੋਟੀ ਨਾ ਖਾਣਾ, ਅਰਥਾਤ 7 ਦਿਨਾਂ ਤੱਕ ਤੁਸੀਂ ਬਿਨਾਂ ਖਮੀਰ ਦੇ ਮਲਾਈ ਖਾਣਾ। ਯਾਦ ਰੱਖੋ ਕਿ ਤੁਸੀਂ ਮਿਸਰ ਦੇਸ਼ ਵਿੱਚੋਂ ਕਾਹਲੀ ਨਾਲ ਨਿਕਲ ਆਏ ਸੋ ਇਹ ਰੋਟੀ ਤੁਹਾਡੇ ਦੁੱਖ ਦੀ ਰੋਟੀ ਹੋਵੇਗੀ ਜੋ ਤੁਸੀਂ ਆਪਣੇ ਜੀਵਨ ਪਰ ਉਸ ਦਿਨ ਨੂੰ ਯਾਦ ਕਰੋਗੇ ਜਦੋਂ ਤੁਸੀਂ ਮਿਸਰ ਦੇਸ਼ ਦੀ ਧਰਤੀ ਤੋਂ ਨਿਕਲੇ ਸੋ ਤੁਹਾਨੂੰ ਇਹਨਾਂ 7 ਦਿਨਾਂ ਦੇ ਸਮੇਂ ਵਿੱਚ ਤੁਹਾਡੇ ਕਿਸੇ ਨਗਰ ਦੇ ਘਰਾਂ ਵਿੱਚ ਕਿਸੇ ਤਰ੍ਹਾਂ ਦਾ ਵੀ ਥੋੜਾ ਜਿੰਨਾ ਵੀ ਖਮੀਰ ਦਿਖਾਈ ਨਾ ਦੇਵੇ। ਨਾ ਹੀ ਤੁਹਾਡੇ ਘਰਾਂ ਵਿੱਚ ਪਹਿਲੇ ਦਿਨ ਦੀ ਕੁਰਬਾਨੀ ਦੇ ਲਈ ਕੱਟਿਆ ਮਾਸ ਸਵੇਰ ਤੱਕ ਰੱਖਿਆ ਜਾਵੇ। ਤੁਸੀਂ ਪਸਾਹ ਦੇ ਤਿਉਹਾਰ ਦੀ ਕੋਈ ਵੀ ਕੁਰਬਾਨੀ ਆਪਣੇ ਕਿਸੇ ਨਗਰ ਜੋ ਪ੍ਰਭੂ ਤੁਹਾਡਾ ਪਰਮੇਸ਼ਰ ਤੁਹਾਨੂੰ ਦੇਵੇਗਾ ਵਿੱਚ ਨਾ ਚੜਾਉਣਾ, ਸਗੋਂ ਤੁਸੀਂ ਪਸਾਹ ਦੀ ਕੁਰਬਾਨੀ ਕੇਵਲ ਉਸ ਥਾਂ ਤੇ ਜਾ ਕੇ ਹੀ ਚੜਾਉਣਾ ਜੋ ਪ੍ਰਭੂ ਤੁਹਾਡਾ ਪਰਮੇਸ਼ਰ ਆਪਣੇ ਨਾਂ ਦੇ ਵਾਸਤੇ ਚੁਣੇਗਾ। ਇਹ ਕੁਰਬਾਨੀ ਤੁਸੀਂ ਉਸ ਵੇਲੇ ਚੜਾਉਣਾ ਜਦੋਂ ਤਰਕਾਲਾਂ ਦੇ ਵੇਲੇ ਸੂਰਜ ਡੁੱਬ ਰਿਹਾ ਹੋਵੇ, ਕਿਉਂਕਿ ਇਹੀ ਸਮਾਂ ਸੀ ਜਦੋਂ ਤੁਸੀਂ ਮਿਸਰ ਦੇਸ਼ ਵਿੱਚੋਂ ਬਾਹਰ ਆਏ ਸੋ ਤੁਸੀਂ ਉਸ ਥਾਂ ਤੇ ਜੋ ਪ੍ਰਭੂ ਤੁਹਾਡਾ ਪਰਮੇਸ਼ਰ ਚੁਣੇ ਹੋਏ ਇਸ ਕੁਰਬਾਨੀ ਨੂੰ ਭੁੰਨ ਕੇ ਖਾਣਾ। ਫਿਰ ਸਵੇਰ ਹੁੰਦਿਆਂ ਤੁਸੀਂ ਆਪਣੇ ਘਰਾਂ ਨੂੰ ਚਲੇ ਜਾਣਾ। 6 ਦਿਨਾਂ ਤੱਕ ਤੁਸੀਂ ਬਿਨਾਂ ਖਮੀਰ ਦੇ ਰੋਟੀ ਖਾਇਓ, ਪਰ 7ਵੇਂ ਦਿਨ ਤੁਸੀਂ ਕੋਈ ਕੰਮ ਨਾ ਕਰਨਾ। 7ਵੇਂ ਦਿਨ ਤੁਸੀਂ ਸਾਰੇ ਸੰਗਤ ਦੇ ਰੂਪ ਵਿੱਚ ਪ੍ਰਭੂ ਆਪਣੇ ਪਰਮੇਸ਼ਰ ਦੇ ਸਾਹਮਣੇ ਇਕੱਠੇ ਹੋਣਾ। ਆਮੀਨ।
ਔਰ ਇਹ ਜਿਹੜਾ ਤਿਉਹਾਰ ਅਸੀਂ ਦੇਖ ਕੇ ਹਟੇ ਹਾਂ ਕਿ ਪਿੱਛੇ ਅਸੀਂ ਦੇਖ ਕੇ ਆਏ ਹਾਂ ਕਿ ਇਹ ਤਿਉਹਾਰ ਦਾ ਹੁਕਮ ਉਸ ਵੇਲੇ ਦਿੱਤਾ ਗਿਆ ਸੀ ਜਿਸ ਵੇਲੇ ਪ੍ਰਭੂ ਨੇ ਆਪਣਿਆਂ ਲੋਕਾਂ ਨੂੰ ਉੱਥੋਂ ਕੱਢਿਆ ਸੀ, ਮਿਸਰ ਦੇ ਵਿੱਚੋਂ ਕੱਢਿਆ ਸੀ, ਜਿਸ ਰਾਤ ਉਹਨਾਂ ਨੇ ਵੇਲੇ ਨੂੰ ਕੱਢਿਆ ਔਰ ਖੂਨ ਚਗਾਠਾਂ ਦੇ ਉੱਤੇ ਲਾਇਆ। ਸੋ ਉੱਥੋਂ ਪਸਾਹ ਦਾ ਤਿਉਹਾਰ ਸ਼ੁਰੂ ਹੋਇਆ, ਕਿਉਂਕਿ ਉਸ ਰਾਤ ਉਹ ਉੱਥੋਂ ਨਿਕਲੇ ਸੀਗੇ। ਕਿਉਂਕਿ ਜਿਸ ਵੇਲੇ ਉਹਨਾਂ ਦੀਆਂ ਘਰਾਂ ਦੇ ਵਿੱਚ ਜੇਠਿਆਂ ਦੀਆਂ ਮੌਤਾਂ ਹੋਣੀਆਂ ਸ਼ੁਰੂ ਹੋ ਗਈਆਂ, ਜੇਠੇ ਮਿਸਰੀਆਂ ਦੇ ਜੇਠੇ ਮਰਨੇ ਸ਼ੁਰੂ ਹੋ ਗਏ, ਮਿਸਰੀਆਂ ਦੇ ਜੇਠੇ ਜਾਨਵਰ ਮਰਨੇ ਸ਼ੁਰੂ ਹੋ ਗਏ। ਹਰ ਚੀਜ਼ ਦਾ ਜਿਹੜਾ ਜੇਠਾ ਸੀ, ਭਾਵੇਂ ਉਹ ਜਾਨਵਰ ਸੀ ਤੇ ਭਾਵੇਂ ਉਹ ਇਨਸਾਨ ਸੀ, ਉਹਨਾਂ ਦੇ ਜੇਠੇ ਮਰਨੇ ਸ਼ੁਰੂ ਹੋ ਗਏ। ਤਾਂ ਉਹ ਉੱਥੋਂ ਆ ਕੇ ਉਤਰਬ ਗਏ, ਕਿਉਂਕਿ ਉਹਨਾਂ ਨੇ ਦੇਖਿਆ ਕਿ ਇਹ ਹੁਣ ਇਹ ਅੱਗੇ ਵਧੂਗਾ। ਸੋ ਉੱਥੋਂ ਉਸ ਡਰ ਦੇ ਵਿੱਚ ਲਿਆ ਕੇ ਉਹਨਾਂ ਨੇ ਕਿਹਾ ਉਸੇ ਰਾਤ ਉਹਨਾਂ ਨੂੰ ਕੱਢ ਦਿੱਤਾ ਸੀ। ਸੋ ਉਸ ਰਾਤ ਉਹ ਜਿਹੜਾ ਖਾਣਾ ਸੀਗਾ ਉਹਨਾਂ ਨੇ ਪੱਲਿਆਂ ਦੇ ਵਿੱਚ ਆਟੇ ਬੰਨ ਲਏ ਸੀਗੇ ਔਰ ਉਹ ਲੈ ਕੇ ਉੱਥੋਂ ਕੱਢ ਦਿੱਤੇ ਸੀ, ਜਿਹੜੀ ਚੀਜ਼ ਤੁਸੀਂ ਲੈਣੀ ਲੈ ਲਓ, ਇੱਥੋਂ ਚਲੇ ਜਾਓ। ਸੋ ਪਸਾਹ ਦਾ ਤਿਉਹਾਰ ਉੱਥੋਂ ਸ਼ੁਰੂ ਹੋਇਆ ਸੀ। ਪਸਾਹ ਦਾ ਤਿਉਹਾਰ, ਪਸਾਹ ਦੇ ਤਿਉਹਾਰ ਦਾ ਇਹ ਵੀ ਇੱਕ ਮਤਲਬ ਸੀ ਕਿ ਜਿਸ ਵੇਲੇ ਪ੍ਰਭੂ ਨੇ ਇਹ ਸ਼ੁਕਰਗੁਜ਼ਾਰੀ ਵੀ ਕਰਦੇ ਹੁੰਦੇ ਸੀ ਪਸਾਹ ਦੇ ਤਿਉਹਾਰ ਦੀ, ਕਿ ਸਾਡੇ ਪ੍ਰਭੂ ਨੇ ਸਾਨੂੰ ਜਿਹੜੀ ਰੋਟੀ ਜਿਹੜੀ ਦਿੱਤੀ, ਸਵਰਗ ਤੋਂ ਰੋਟੀ ਦਿੱਤੀ, ਸਵਰਗ ਤੋਂ ਪਾਣੀ ਦਿੱਤਾ, ਸਾਰਾ ਸਵਰਗ ਤੋਂ ਜਿਹੜੀ ਰੋਟੀ ਉਤਰੀ ਇਹ ਉਸਦਾ ਵੀ ਨਿਸ਼ਾਨ ਸੀ। ਔਰ ਪ੍ਰਭੂ ਯਿਸੂ ਮਸੀਹ ਨੇ ਵੀ ਇਸ ਤਿਉਹਾਰ ਦੀ ਮਹੱਤਤਾ ਦੇ ਉਹਨਾਂ ਆਪਣੇ ਲੋਕਾਂ ਨੂੰ ਦਿਖਾਈ ਸੀ, ਕਿਉਂਕਿ ਅੱਗੇ ਜਿਹੜੇ ਅਸੀਂ 18ਵੇਂ ਭਾਵ ਦੇ ਵਿੱਚ ਜਾਣਾ, ਉੱਥੇ ਮੂਸਾ ਨੇ ਕਹਿਣਾ ਕਿ ਇੱਕ ਮੇਰੇ ਵਰਗਾ ਨਬੀ ਪ੍ਰਭੂ ਤੁਹਾਨੂੰ ਦੇਵੇਗਾ, ਤੁਸੀਂ ਉਸ ਦੀ ਸੁਣਨਾ। ਸੋ ਅਸੀਂ ਜਿਸ ਵੇਲੇ ਪੜ੍ਹਦੇ ਹੈਗੇ ਆ ਕਿ ਜਿਸ ਵੇਲੇ ਫਰੀਸੀ ਧਰਮ ਗ੍ਰੰਥੀ ਜਿਸ ਵੇਲੇ ਯਹੂਨਾ ਬਪਤਿਸਮਾ ਦੇਣ ਵਾਲੇ ਕੋਲ ਆਏ ਤਾਂ ਉਸਨੂੰ ਪੁੱਛਦੇ ਪਏ ਆ ਕਿ ਤੂੰ ਏਲੀਆ? ਉਹ ਕਹਿੰਦਾ ਨਹੀਂ, ਤੂੰ ਆਉਣ ਵਾਲਾ ਨਬੀ ਆ। ਉਹ ਜਿਸ ਵੇਲੇ ਕਹਿੰਦਾ ਤੂੰ ਆਉਣ ਵਾਲਾ ਨਬੀ ਆ, ਤੇ ਉਹ ਜਿਹੜਾ ਇਸ਼ਾਰਾ ਆ ਉਹ ਇਹ ਆ ਕਿ ਮੂਸਾ ਨੇ ਕਿਹਾ ਸੀ ਕਿ ਇੱਕ ਮੇਰੇ ਵਰਗਾ ਨਬੀ ਪ੍ਰਭੂ ਤੁਹਾਨੂੰ ਦਏਗਾ, ਤੁਸੀਂ ਉਸ ਦੀ ਸੁਣਾ। ਜੋ ਕੁਝ ਤੁਸੀਂ ਇੱਥੇ ਦੇਖਦੇ ਪਏ ਆ ਉਹ ਇੱਕ ਵਾਰੀ ਫੇਰ ਹੋਏਗਾ ਤੁਹਾਡੇ ਵਿੱਚ। ਸੋ ਆਓ ਅਸੀਂ ਦੇਖੀਏ, ਮੇਰੇ ਨਾਲ ਇੱਥੇ ਤੁਸੀਂ ਲਿਖ ਲਓ ਯਹੂਨਾ ਦਾ 6ਵਾਂ ਭਾਵ, ਉਸਦੀ 1 ਤੋਂ 15 ਆਇਤ। ਠੀਕ, ਸੋ ਹੁਣ ਤੁਸੀਂ ਆ ਜਾਓ 6ਵੇਂ ਭਾਵ ਦੀ 1 ਤੋਂ 15 ਆਇਤ, ਔਰ ਅਸੀਂ ਦੇਖਾਂਗੇ ਕਿ ਪ੍ਰਭੂ ਯਿਸੂ ਮਸੀਹ ਨੇ ਰੋਟੀਆਂ ਕਿਉਂ ਦਿੱਤੀਆਂ ਸੀ, ਉਹਦੇ ਪਿੱਛੇ ਇੱਕ ਕਾਰਨ ਸੀ। ਆਓ ਸੁਣੀਏ 1 ਤੋਂ 15, 172 ਪੇਜ ਯਹੂਨਾ ਦਾ। 5000 ਨੂੰ ਰਜਾਉਣਾ। ਇਸ ਦੇ ਪਿੱਛੋਂ ਯਿਸੂ ਗਲੀਲ ਦੀ ਝੀਲ ਅਰਥਾਤ ਤਬਿਆਸ ਦੀ ਝੀਲ ਦੇ ਦੂਜੇ ਪਾਸੇ ਫੇਰ ਚਲੇ ਗਏ। ਇੱਕ ਵੱਡੀ ਭੀੜ ਉਹਨਾਂ ਦੇ ਪਿੱਛੋਂ ਗਈ, ਕਿਉਂਕਿ ਭੀੜ ਦੇ ਲੋਕਾਂ ਨੇ ਯਿਸੂ ਦੇ ਉਹ ਸੰਕੇਤਕ ਚਿੰਨ੍ਹ ਦੇਖੇ ਸਨ ਜਿਹੜੇ ਉਹਨਾਂ ਬਿਮਾਰਾਂ ਉੱਤੇ ਕੀਤੇ ਸਨ। ਯਿਸੂ ਇੱਕ ਪਹਾੜ ਉੱਤੇ ਚੜ੍ਹ ਗਏ ਅਤੇ ਉੱਥੇ ਆਪਣੇ ਚੇਲਿਆਂ ਦੇ ਨਾਲ ਬੈਠ ਗਏ। ਯਹੂਦੀ ਲੋਕਾਂ ਦਾ ਪਸਾਹ ਦਾ ਤਿਉਹਾਰ ਲਾਗੇ ਸੀ। ਯਿਸੂ ਨੇ ਆਪਣੀਆਂ ਅੱਖਾਂ ਉਤਾਂਹ ਚੁੱਕੀਆਂ ਤੇ ਇੱਕ ਵੱਡੀ ਭੀੜ ਨੂੰ ਆਪਣੇ ਵੱਲ ਆਉਂਦਿਆਂ ਦੇਖਿਆ। ਉਹਨਾਂ ਨੇ ਫਿਲਿਪਸ ਨੂੰ ਕਿਹਾ, ਅਸੀਂ ਇਹਨਾਂ ਨੂੰ ਭੋਜਨ ਕਰਵਾਉਣ ਲਈ ਕਿੱਥੋਂ ਮੁੱਲ ਲਈਏ? ਇਹ ਉਹਨਾਂ ਨੇ ਫਿਲਿਪਸ ਨੂੰ ਪਰਖਣ ਵਾਸਤੇ ਕਿਹਾ, ਕਿਉਂਕਿ ਉਹ ਪਹਿਲੇ ਹੀ ਜਾਣਦੇ ਸਨ ਕਿ ਉਹ ਕੀ ਕਰਨਗੇ। ਫਿਲਿਪਸ ਨੇ ਉਹਨਾਂ ਨੂੰ ਉੱਤਰ ਦਿੱਤਾ, ਇਹਨਾਂ ਸਾਰਿਆਂ ਨੂੰ ਥੋੜਾ ਥੋੜਾ ਭੋਜਨ ਵੀ ਮਿਲ ਸਕੇ 200 ਦਿਨਾਰ ਦੀਆਂ ਰੋਟੀਆਂ ਵੀ ਕਾਫੀ ਨਹੀਂ ਹੋਣਗੀਆਂ। ਉਹਨਾਂ ਦੇ ਚੇਲਿਆਂ ਵਿੱਚੋਂ ਜਿਸ ਦਾ ਨਾਂ ਅੰਦਰਿਆਸ ਸੀ, ਜੋ ਸ਼ਮੌਨ ਪਤਰਸ ਦਾ ਭਰਾ ਸੀ, ਨੇ ਉਹਨਾਂ ਨੂੰ ਕਿਹਾ, ਇੱਥੇ ਇੱਕ ਮੁੰਡਾ ਹੈ ਜਿਸ ਕੋਲ ਜਮਾਂ ਦੀਆਂ 5 ਰੋਟੀਆਂ ਤੇ 2 ਮੱਛੀਆਂ ਹਨ, ਪਰ ਇਹ ਇੰਨਿਆਂ ਲੋਕਾਂ ਲਈ ਕੀ ਹਨ? ਯਿਸੂ ਨੇ ਕਿਹਾ, ਲੋਕਾਂ ਨੂੰ ਬਿਠਾਲ ਦਿਓ। ਉਸ ਥਾਂ ਤੇ ਘਾਸ ਬਹੁਤ ਸੀ। ਉਹਨਾਂ ਨੇ ਲੋਕਾਂ ਨੂੰ ਜਿਨ੍ਹਾਂ ਦੀ ਗਿਣਤੀ ਕੋਈ 5000 ਸੀ ਬਿਠਾਲ ਦਿੱਤਾ। ਇਸ ਦੇ ਪਿੱਛੋਂ ਯਿਸੂ ਨੇ ਰੋਟੀਆਂ ਲਈਆਂ, ਪਰਮੇਸ਼ਰ ਦਾ ਉਹਨਾਂ ਦੇ ਲਈ ਧੰਨਵਾਦ ਕੀਤਾ ਤੇ ਬੈਠੇ ਹੋਏ ਲੋਕਾਂ ਨੂੰ ਵੰਡ ਦਿੱਤੀਆਂ। ਇਸ ਤਰ੍ਹਾਂ ਮੱਛੀਆਂ ਵੀ ਜਿੰਨੀਆਂ ਉਹ ਚਾਹੁੰਦੇ ਸਨ। ਜਦੋਂ ਸਾਰਿਆਂ ਨੇ ਰੱਜ ਕੇ ਖਾ ਲਿਆ ਤਾਂ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, ਬਚਿਆ ਹੋਇਆ ਟੁਕੜਿਆਂ ਨੂੰ ਇਕੱਠੇ ਕਰ ਲਵੋ ਤਾਂ ਜੋ ਕੁਝ ਵੀ ਨਾਸ਼ ਨਾ ਹੋਵੇ। ਇਸ ਲਈ ਉਹਨਾਂ ਸਾਰੇ ਟੁਕੜੇ ਇਕੱਠੇ ਕੀਤੇ, ਜਿਨ੍ਹਾਂ ਨਾਲ 12 ਟੋਕਰੇ ਭਰ ਗਏ। ਇਹ ਸਭ 5 ਜਮਾਂ ਦੀਆਂ ਰੋਟੀਆਂ ਵਿੱਚੋਂ ਲੋਕਾਂ ਦੇ ਖਾ ਚੁੱਕਣ ਦੇ ਪਿੱਛੋਂ ਬਚੇ ਸਨ। ਲੋਕੀ ਉਸ ਸੰਕੇਤਕ ਚਿੰਨ੍ਹ ਨੂੰ ਜੋ ਯਿਸੂ ਨੇ ਦਿਖਾਇਆ ਸੀ ਦੇਖ ਕੇ ਬੋਲੇ, ਸੱਚਮੁੱਚ ਇਹ ਉਹੀ ਨਬੀ ਹੈ ਜੋ ਸੰਸਾਰ ਵਿੱਚ ਆਉਣ ਵਾਲਾ ਸੀ। ਫਿਰ ਯਿਸੂ ਇਹ ਜਾਣ ਕੇ ਕਿ ਲੋਕੀ ਉਹਨਾਂ ਨੂੰ ਆ ਕੇ ਜ਼ਬਰਦਸਤੀ ਫੜ ਕੇ ਰਾਜਾ ਬਣਾਉਣਾ ਚਾਹੁੰਦੇ ਹਨ, ਪਹਾੜ ਉੱਤੇ ਇਕਾਂਤ ਵਿੱਚ ਚਲੇ ਗਏ। ਆਮੀਨ। ਚੌਥੀ ਆਇਤ ਨੂੰ ਧਿਆਨ ਦੇ ਨਾਲ ਦੇਖੋ। ਪਸਾਹ ਦਾ ਤਿਉਹਾਰ ਲਾਗੇ ਸੀ। ਕਹਿਣ ਦਾ ਕੀ ਮਤਲਬ ਕਿ ਲਾਗੇ ਦਾ ਮਤਲਬ ਇਹ ਆ ਕਿ ਇੱਕ ਅੱਧਾ ਦਿਨ ਦਾ ਫਰਕ ਆ ਸਿਰਫ। ਪਸਾਹ ਦੇ ਤਿਉਹਾਰ ਦੇ ਸਮੇਂ ਇਹ ਹੋਇਆ।
ਔਰ ਪ੍ਰਭੂ ਯਿਸੂ ਮਸੀਹ ਨੇ ਇੱਥੇ ਪਸਾਹ ਦੇ ਤਿਉਹਾਰ ਤੇ ਜੋ ਜਿਸ ਦੇ ਲਈ ਪਸਾਹ ਮਨਾਇਆ ਜਾਂਦਾ ਸੀ, ਜਿਸ ਤੇ ਜੋ ਸੀਗਾ, ਪ੍ਰਭੂ ਨੇ ਉੱਥੇ ਉਹਨਾਂ ਨੂੰ ਉਹੀ ਕਰਕੇ ਦਿਖਾਇਆ ਜੋ ਉੱਥੇ ਹੁੰਦਾ ਸੀ। ਪ੍ਰਭੂ ਨੇ ਉਸੇ ਤਰ੍ਹਾਂ ਸਵਰਗ ਤੋਂ ਰੋਟੀ ਔਰ ਉਸੇ ਤਰ੍ਹਾਂ ਸਵਰਗ ਤੋਂ ਮੱਛੀਆਂ ਮੰਗਾ ਕੇ ਉਹਨਾਂ ਨੂੰ ਦਿੱਤੀ। ਔਰ ਲੋਕਾਂ ਦਾ ਜਿਹੜਾ ਇਸ਼ਾਰਾ ਕਿੱਥੇ ਗਿਆ? ਰਾਈਟ ਵੇ, ਇਹ ਆਉਣ ਵਾਲਾ ਨਬੀ, ਇਹ ਉਹੀ ਅਸੀਂ ਪਸਾਹ ਦੇ ਤਿਉਹਾਰ ਤੇ ਸਾਨੂੰ ਇਹ ਦੱਸਿਆ ਜਾਂਦਾ ਸੀ ਕਿ ਸਾਨੂੰ ਸਵਰਗ ਤੋਂ ਰੋਟੀ ਮਿਲੀ ਸੀ। ਇਹ ਉਹੀ, ਇਹ ਆਉਣ ਵਾਲਾ, ਇਹ ਆ ਗਿਆ। You see the connection? ਸੋ ਪ੍ਰਭੂ ਨੇ ਜਿਹੜਾ ਪਹਿਲਾ ਚੀਜ਼ ਦਿਖਾਈ ਆ ਉਹਨਾਂ ਨੂੰ, ਤੇ ਜਿਹੜਾ ਪਸਾਹ ਦਾ ਪਰਮੇਸ਼ਵਰ ਆ ਉਹ ਮੈਂ, ਪ੍ਰਭੂ ਯਿਸੂ ਮਸੀਹ ਨੇ ਉਹ ਉਹਨਾਂ ਨੂੰ ਦਿਖਾਇਆ। ਹੁਣ ਆਪਾਂ ਅੱਗੇ ਚੱਲਦੇ ਹਾਂ। ਸੋ ਇਹ ਅਸੀਂ ਬਹੁਤ ਵਾਰੀ ਪੜ੍ਹ ਚੁੱਕੇ ਹਾਂ। ਸੋ ਆਈ ਡੋਂਟ ਥਿੰਕ ਇਹਦੇ ਵਿੱਚ ਸਾਨੂੰ ਬਹੁਤੀ ਗਹਿਰਾਈ ਦੇ ਨਾਲ ਜਾਣ ਦੀ ਜ਼ਰੂਰਤ। ਔਰ ਫਿਰ ਪਸਾਹ ਦੇ ਤਿਉਹਾਰ ਦੇ ਉੱਤੇ ਉਹ ਮੇਮਣੇ ਦੀ ਵੀ ਚੀਜ਼ ਪੂਰੀ ਹੋਈ, ਕਿਉਂਕਿ ਪਸਾਹ ਦੇ ਤਿਉਹਾਰ ਦੇ ਉੱਤੇ ਹੀ ਪ੍ਰਭੂ ਯਿਸੂ ਮਸੀਹ ਨੂੰ ਸਲੀਬੀ ਮੌਤ ਦਿੱਤੀ ਗਈ ਸੀ। ਸੋ ਆਓ ਸਪਤਾਹਾਂ ਦਾ ਤਿਉਹਾਰ। ਸਪਤਾਹਾਂ ਦਾ ਤਿਉਹਾਰ। ਤੁਸੀਂ ਉਸ ਦਿਨ ਤੋਂ ਜਦੋਂ ਤੁਸੀਂ ਪਹਿਲੇ ਦਿਨ ਖੜੀ ਫਸਲ ਨੂੰ ਦਾਤਰੀ ਲਾਵੋ ਆਰੰਭ ਕਰਕੇ 7 ਸਪਤਾਹ ਗਿਣ ਲਵੋ। ਠੀਕ 7ਵੇਂ ਸਪਤਾਹ ਦੇ ਅੰਤ ਵਿੱਚ ਤੁਸੀਂ ਸਪਤਾਹਾਂ ਦਾ ਤਿਉਹਾਰ ਪ੍ਰਭੂ ਆਪਣੇ ਪਰਮੇਸ਼ਰ ਦੇ ਲਈ ਮਨਾਇਓ। ਉਸ ਸਮੇਂ ਪ੍ਰਭੂ ਤੁਹਾਡੇ ਪਰਮੇਸ਼ਰ ਤੋਂ ਤੁਹਾਨੂੰ ਮਿਲੀ ਅਸੀਸ ਵਿੱਚੋਂ ਆਪਣੀਆਂ ਖੁਸ਼ੀ ਦੀਆਂ ਭੇਟਾਂ ਚੜਾਇਓ। ਤੁਸੀਂ ਉਸ ਸਮੇਂ ਪ੍ਰਭੂ ਆਪਣੇ ਪਰਮੇਸ਼ਰ ਦੇ ਆਪਣੇ ਨਾਂ ਦੇ ਲਈ ਚੁਣੀ ਥਾਂ ਤੇ ਜਾ ਕੇ ਆਪਣੇ ਪੁੱਤਰਾਂ, ਧੀਆਂ, ਨੌਕਰਾਣੀਆਂ, ਤੁਹਾਡੇ ਨਗਰ ਦੇ ਲੇਵੀਆਂ, ਪਰਦੇਸੀਆਂ, ਅਨਾਥਾਂ ਅਤੇ ਵਿਧਵਾਵਾਂ ਜੋ ਤੁਹਾਡੇ ਨਗਰ ਵਿਚਕਾਰ ਰਹਿ ਰਹੇ ਹੋਣ, ਮਿਲ ਕੇ ਪ੍ਰਭੂ ਆਪਣੇ ਪਰਮੇਸ਼ਰ ਦੇ ਸਾਹਮਣੇ ਮਨਾਉਣਾ। ਤੁਸੀਂ ਉਸ ਸਮੇਂ ਯਾਦ ਕਰਿਓ ਕਿ ਤੁਸੀਂ ਮਿਸਰ ਦੇਸ਼ ਵਿੱਚ ਗੁਲਾਮ ਸਨ। ਇਸ ਲਈ ਤੁਸੀਂ ਇਹਨਾਂ ਸਭ ਵਿਧੀਆਂ ਤੇ ਧਿਆਨ ਦੇਣਾ ਅਤੇ ਇਹਨਾਂ ਦੀ ਪਾਲਣਾ ਕਰਨਾ। ਸੋ ਬੇਸਿਕਲੀ ਪੈਂਟੇਕੋਸਟ ਦਾ ਜਿਹੜਾ ਤਿਉਹਾਰ, ਠੀਕ, ਉਸ ਦੀ ਗੱਲ ਚੱਲਦੀ ਪਈ ਆ। ਇਸ ਨੂੰ ਵੀ ਅਸੀਂ ਪ੍ਰਭੂ ਯਿਸੂ ਮਸੀਹ 'ਚ ਪੂਰਾ ਹੁੰਦਾ ਦੇਖਦੇ ਹਾਂ। ਲੇਕਿਨ ਆਓ ਅਸੀਂ ਇਸ ਦੇ ਨਾਲ ਅਸੀਂ ਅਗਲਾ ਹਿੱਸਾ ਪੜ੍ਹ ਲਈਏ, ਡੇਰਿਆਂ ਦਾ ਤਿਉਹਾਰ। ਡੇਰਿਆਂ ਦੇ ਤਿਉਹਾਰ ਨੂੰ ਪੜ੍ਹ ਲਈਏ। ਆਪਣੀ ਸਾਰੀ ਫਸਲ ਇਕੱਠੀ ਕਰ ਲੈਣ ਅਤੇ ਤੇਲ ਕੱਢ ਲੈਣ ਦੇ ਪਿੱਛੋਂ ਤੁਸੀਂ 7 ਦਿਨਾਂ ਦੇ ਲਈ ਡੇਰਿਆਂ ਦਾ ਤਿਉਹਾਰ ਮਨਾਇਓ। ਉਸ ਸਮੇਂ ਤੁਸੀਂ ਆਪਣੇ ਨਗਰ ਵਿੱਚ ਰਹਿ ਰਹੇ ਸਭ ਆਪਣੇ ਪੁੱਤਰਾਂ, ਧੀਆਂ, ਨੌਕਰਾਣੀਆਂ, ਲੇਵੀਆਂ, ਪਰਦੇਸੀਆਂ, ਅਨਾਥਾਂ ਅਤੇ ਵਿਧਵਾਵਾਂ ਦੇ ਨਾਲ ਮਿਲ ਕੇ ਮਨਾਉਣਾ। ਇਹ ਤਿਉਹਾਰ ਤੁਸੀਂ ਪ੍ਰਭੂ ਆਪਣੇ ਪਰਮੇਸ਼ਰ ਦੀ ਚੁਣੀ ਥਾਂ ਤੇ 7 ਦਿਨਾਂ ਤੱਕ ਮਨਾਇਓ, ਕਿਉਂਕਿ ਉਹ ਤੁਹਾਨੂੰ ਤੁਹਾਡੇ ਹਰ ਕੰਮਕਾਰ ਵਿੱਚ ਅਸੀਸ ਦੇਵੇਗਾ ਕਿ ਤੁਸੀਂ ਖੁਸ਼ੀ ਮਨਾ ਸਕੋ। ਸਾਲ ਵਿੱਚ 3 ਵਾਰ ਤੁਹਾਡੇ ਸਾਰੇ ਆਦਮੀ ਪ੍ਰਭੂ ਆਪਣੇ ਪਰਮੇਸ਼ਰ ਦੇ ਸਾਹਮਣੇ ਉਸ ਦੀ ਚੁਣੀ ਥਾਂ ਤੇ ਆਉਣ। ਪਸਾਹ ਦੇ ਤਿਉਹਾਰ ਸਮੇਂ, ਸਪਤਾਹਾਂ ਦੇ ਤਿਉਹਾਰ ਸਮੇਂ ਅਤੇ ਡੇਰਿਆਂ ਦੇ ਤਿਉਹਾਰ ਸਮੇਂ ਧਿਆਨ ਰੱਖੋ ਕਿ ਉਹ ਖਾਲੀ ਹੱਥੀਂ ਪ੍ਰਭੂ ਦੇ ਸਾਹਮਣੇ ਨਾ ਆਉਣ। ਹਰ ਆਦਮੀ ਪ੍ਰਭੂ ਤੁਹਾਡੇ ਪਰਮੇਸ਼ਰ ਤੋਂ ਉਸ ਨੂੰ ਮਿਲੀ ਅਸੀਸ ਅਨੁਸਾਰ ਜਿੰਨਾ ਉਹ ਦੇ ਸਕੇ ਦੇਵੋ। ਅੱਗੇ ਵੀ ਪੜ੍ਹਨਾ ਪਾਸਟਰ ਜੀ? that's good, it's ਠੀਕ ਆ। ਸੋ ਹੁਣ ਇੱਥੇ ਸਪਤਾਹਾਂ ਦਾ ਤਿਉਹਾਰ ਆ ਰਿਹਾ ਔਰ ਡੇਰਿਆਂ ਦਾ ਤਿਉਹਾਰ ਆ ਰਿਹਾ। ਔਰ ਇਹ ਜਿਹੜੇ ਦੋ ਤਿਉਹਾਰ ਆ, ਇਹ ਜਿਹੜਾ ਸਪਤਾਹਾਂ ਦਾ ਤਿਉਹਾਰ ਆ, ਇਹ ਪਹਿਲੀ ਫਸਲ ਦਾ ਤਿਉਹਾਰ, ਠੀਕ। ਔਰ ਜਿਹੜਾ ਡੇਰਿਆਂ ਦਾ ਜਿਹੜਾ ਤਿਉਹਾਰ ਆ, ਇਹ ਲਾਗੇ ਦੋਨੇ ਤਿਉਹਾਰ ਇਹ ਲਾਗੇ ਆਉਂਦੇ ਸੀ। ਸੋ ਜਿਸ ਤਰ੍ਹਾਂ ਕਿ ਸਪਤਾਹਾਂ ਦਾ ਤਿਉਹਾਰ ਮਨਾ ਕੇ ਉਹ ਹਟਦੇ ਸੀ ਤੇ ਅਗਲੇ 7 ਦਿਨ ਸ਼ੁਰੂ ਹੋ ਜਾਂਦੇ ਸੀ। ਸੋ ਇਹ ਜਿਸ ਲਈ ਉਹ ਤਿਉਹਾਰ ਮਨਾ ਰਹੇ ਆ ਤੇ ਉਹ ਬੇਸਿਕਲੀ ਯਾਦ ਕਰਦੇ ਪਏ ਆ ਤੇ ਪ੍ਰਭੂ ਨੇ ਸਾਨੂੰ ਖਾਣ ਨੂੰ ਦਿੱਤਾ ਸੀ, ਪ੍ਰਭੂ ਨੇ ਸਾਨੂੰ ਪਾਣੀ ਪੀਣ ਨੂੰ ਦਿੱਤਾ ਸੀ, ਪ੍ਰਭੂ ਨੇ ਸਾਨੂੰ ਉਹ ਸਾਰੀਆਂ ਵਸਤਾਂ ਆਪਣੇ ਕੋਲੋਂ ਦਿੱਤੀਆਂ ਸੀ। ਹੁਣ ਪ੍ਰਭੂ ਯਿਸੂ ਮਸੀਹ ਨੇ ਉਹਨਾਂ ਨੂੰ ਇਹ ਚੀਜ਼ ਦਿਖਾਉਣੀ ਹੈ। ਪ੍ਰਭੂ ਯਿਸੂ ਮਸੀਹ ਨੇ ਵੀ ਉਹਨਾਂ ਨੂੰ ਇਹ ਸਾਰਾ ਕੁਝ ਦਿਖਾਉਣਾ। ਆਓ ਮੇਰੇ ਨਾਲ 10 ਆਇਤ ਤੋਂ ਆਪਣੇ ਕੋਲ ਟਾਈਮ ਥੋੜਾ, ਲੇਕਿਨ ਆਪਾਂ ਕੱਲ ਨੂੰ ਇਸ ਨੂੰ ਕੱਲ ਨੂੰ 7ਵਾਂ ਭਾਗ ਦੁਆਰਾ ਦੇਖਾਂਗੇ ਯਹੂਨਾ ਦਾ। ਇੱਥੇ ਤੁਸੀਂ ਯਹੂਨਾ ਦਾ 7ਵਾਂ ਚੈਪਟਰ ਲਿਖ ਲਓ, ਜੌਨ ਚੈਪਟਰ 7। ਜੌਨ ਚੈਪਟਰ 7 ਅਸੀਂ ਥੋੜੀਆਂ ਜਿਹੀਆਂ ਆਇਤਾਂ ਪੜਾਂਗੇ ਤਾਂ ਉਸ ਦੇ ਨਾਲ ਅਸੀਂ ਇਸ ਨੂੰ ਪੂਰਾ ਕਰਾਂਗੇ। ਜੌਨ ਚੈਪਟਰ 7 ਇੱਥੇ ਲੱਗਦਾ।
ਜੌਨ ਚੈਪਟਰ 7 ਔਰ ਯੂਹੰਨਾ ਦਾ ਜਿਹੜਾ ਅਸੀਂ ਦੇਖਦੇ ਪਏ ਹਾਂ 275 ਸਫਾ ਜੀ। ਹਾਂਜੀ ਔਰ 175 275 ਨਹੀਂ 175 ਆ ਵੀਰ ਜੀ 175 175 ਸੌਰੀ। ਸੋ ਇੱਥੇ ਤੁਸੀਂ ਜਿੱਦਾਂ ਕਿ ਵਾਈਸ ਵਰਸਾ ਲਿਖ ਲਓ, ਉੱਥੇ ਲਿਖ ਲਓ ਪਸਾਹ ਦੇ ਤਿਉਹਾਰ ਦੇ ਜਿੱਥੇ ਹੈਗਾ ਆ 16ਵਾਂ ਭਾਵ ਉਸ ਦੀ 13 ਆਇਤ ਤੋਂ ਲੈ ਕੇ 17 ਆਇਤ ਤੱਕ, ਔਰ ਜਿੱਥੇ ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਜੀਵਨ ਦੀ ਰੋਟੀ ਮੈਂ ਹਾਂ। ਔਰ ਇਹ ਜਿਹੜਾ ਸੀ ਇਹ ਸਪਤਾਹਾਂ ਦੇ ਜਿਹੜਾ ਤਿਉਹਾਰ ਸੀਗਾ ਇਹ ਉਸ ਨੂੰ ਦੱਸਦੇ ਸੀ। ਉਹ ਕਹਿੰਦੇ ਸੀ ਜੀਵਨ ਦੀ ਰੋਟੀ ਜਿਹੜੀ ਸਾਨੂੰ ਖਾਣ ਨੂੰ ਦਿੱਤੀ ਆ ਪ੍ਰਭੂ ਉਹ ਸਾਨੂੰ ਸਵਰਗ ਤੋਂ ਮਿਲੀ ਸੀ। ਸੋ ਅਸੀਂ ਜਿਹੜਾ ਹੈਗਾ 6ਵੇਂ ਭਾਵ ਦੀ 25 ਆਇਤ ਤੋਂ ਲੈ ਕੇ ਉਸ ਦੀ 35 ਆਇਤ ਤੱਕ ਇਸ ਨੂੰ ਸਪਤਾਹਾਂ ਦੇ ਤਿਉਹਾਰ ਦੇ ਨਾਲ ਲਿਖਦਾ। ਜੌਨ ਚੈਪਟਰ 6 ਉਸ ਦੀ 25 ਆਇਤ ਤੋਂ ਲੈ ਕੇ ਉਹਦੀ 35 ਆਇਤ ਤੱਕ। ਆਓ ਇਸ ਨੂੰ ਪੜ੍ਹ ਲਈਏ, ਫਿਰ ਆਪਾਂ ਜਿਹੜਾ ਹੈਗਾ ਆ ਡੇਰਿਆਂ ਦਾ ਤਿਉਹਾਰ ਕੱਲ ਨੂੰ ਪੜਾਂਗੇ। ਸੋ ਆਓ ਅਸੀਂ ਪਹਿਲਾਂ ਇਸ ਹਿੱਸੇ ਨੂੰ ਖਤਮ ਕਰ ਲਈਏ। ਸਪਤਾਹ ਜਿਹੜਾ ਹੈਗਾ ਸਪਤਾਹਾਂ ਦਾ ਤਿਉਹਾਰ। ਸੋ ਇੱਥੇ ਜਿਹੜਾ ਇਹ ਤਿਉਹਾਰ ਇਹ ਪ੍ਰਭੂ ਯਿਸੂ ਮਸੀਹ ਦੇ ਵਿੱਚ ਪੂਰਾ ਹੁੰਦਾ ਕਿਉਂਕਿ ਉਹ ਅਨਾਜ ਲੈ ਕੇ ਆਏ। ਸਾਨੂੰ ਪਤਾ ਨਾ ਕਿ ਜਿਸ ਲਈ ਉਹ ਆਉਂਦੇ ਸੀਗੇ ਤਾਂ ਉਹ ਆਪਣੇ ਨਾਲ ਆਪਣੀ ਫਸਲ ਦਾ ਅਨਾਜ ਲੈ ਕੇ ਆਉਂਦੇ ਸੀ ਔਰ ਸ਼ੁਕਰ ਕਰਦੇ ਸੀ ਪ੍ਰਭੂ ਦਾ ਕਿ ਪ੍ਰਭੂ ਨੇ ਸਾਨੂੰ ਸਾਡੀ ਫਸਲ ਨੂੰ, ਅਸੀਂ ਤਾਂ ਦਾਣਾ ਬੀਜਿਆ ਸੀ ਔਰ ਪ੍ਰਭੂ ਨੇ ਸਾਨੂੰ ਇੱਕ ਦਾਣੇ ਤੋਂ ਕਿੰਨੇ ਦਾਣੇ ਦਿੱਤੇ ਆ। ਪ੍ਰਭੂ ਨੇ ਸਾਨੂੰ ਸਾਡੀ ਫਸਲ ਨੂੰ ਕਿੰਨਾ ਭਾਗ ਲਾਇਆ, ਫਸਲ ਉਸਨੇ ਉਗਾਇਆ, ਉਸਨੇ ਵਧਾਇਆ। ਹੁਣ ਅਸੀਂ ਸਾਡੇ ਘਰਾਂ ਦੇ ਵਿੱਚ ਦਾਣੇ ਸੋ ਉਹ ਲੈ ਕੇ ਆਉਂਦੇ ਸੀਗੇ। ਸੋ ਉਸ ਚੀਜ਼ ਨੂੰ ਇੱਥੇ ਦਿਖਾਇਆ ਜਾ ਰਿਹਾ। ਸੋ ਪ੍ਰਭੂ ਯਿਸੂ ਮਸੀਹ ਨੇ ਉਹ ਜਿਹੜਾ ਤਿਉਹਾਰ ਕਿ ਉਹ ਜੀਵਨ ਦੀ ਜਿਹੜੀ ਰੋਟੀ, ਤੁਸੀਂ ਕਹਿੰਦੇ ਕਿ ਸਾਡੇ ਪ੍ਰਭੂ ਨੇ ਸਾਨੂੰ ਜੀਉਣ ਦੇ ਲਈ ਰੋਟੀ ਦਿੱਤੀ ਆ ਔਰ ਉਸਨੇ ਸਾਨੂੰ ਰੋਟੀ ਜਿੰਨੀ ਦੇਰ ਤੱਕ ਅਸੀਂ ਰਹੇ ਹੈਗੇ ਆ ਉਜਾੜ ਵਿੱਚ ਰਹੇ ਆ ਤਾਂ ਉਸਨੇ ਸਵਰਗ ਤੋਂ ਰੋਟੀ ਦਿੱਤੀ। ਹੁਣ ਉਹ ਸਵਰਗ ਤੋਂ ਬਰਕਤ ਦੇ ਕੇ ਸਾਨੂੰ ਇੱਥੇ ਰੋਟੀ ਦੇ ਰਿਹਾ। ਉਹ ਤੁਸੀਂ ਸ਼ੁਕਰਗੁਜ਼ਾਰੀ ਉਸਦੀ ਮਨਾਉਂਦੇ ਆ ਜਿਵੇਂ ਤੁਸੀਂ ਫਸਲ ਚੁੱਕ ਲੈਂਦੇ ਆ। ਸੋ ਉਹ ਰੋਟੀ ਮੈਂ, ਉਹ ਰੋਟੀ ਮੈਂ। ਸੋ ਪ੍ਰਭੂ ਯਿਸੂ ਮਸੀਹ ਨੇ ਇੱਥੇ ਉਹ ਕਹਿ ਕੇ ਇਹ ਚੀਜ਼ ਕਹਿ ਕੇ ਸਪਤਾਹਾਂ ਦਾ ਤਿਉਹਾਰ ਆਪਣੇ ਵਿੱਚ ਪੂਰਾ ਕੀਤਾ। ਸੋ 25 ਆਇਤ ਤੋਂ ਲੈ ਕੇ 35 ਆਇਤ ਤੱਕ ਜਿਸ ਨੂੰ ਮਿਲ ਜੇ ਪੜਦਾ ਹੈ ਇਹ ਸਪਤਾਹ। ਮੈਂ ਪੜ੍ਹ ਦਿੰਦੀ। ਪ੍ਰਭੂ ਯਿਸੂ ਜੀਵਨ ਦੀ ਰੋਟੀ। ਜਦੋਂ ਯਿਸੂ ਲੋਕਾਂ ਨੂੰ ਝੀਲ ਦੇ ਪਾਰ ਮਿਲ ਗਏ ਤਾਂ ਲੋਕਾਂ ਨੇ ਯਿਸੂ ਤੋਂ ਪੁੱਛਿਆ, ਗੁਰੂ ਜੀ ਤੁਸੀਂ ਇੱਥੇ ਕਦੋਂ ਆਏ ਹੋ? ਯਿਸੂ ਨੇ ਉੱਤਰ ਦਿੱਤਾ, ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ ਕਿ ਤੁਸੀਂ ਮੈਨੂੰ ਇਸ ਲਈ ਨਹੀਂ ਲੱਭ ਰਹੇ ਹੋ ਕਿ ਤੁਸੀਂ ਸੰਕੇਤਕ ਚਿੰਨ੍ਹ ਦੇਖੇ ਹਨ, ਸਗੋਂ ਇਸ ਲਈ ਕਿ ਤੁਹਾਨੂੰ ਖਾਣ ਲਈ ਰੋਟੀਆਂ ਮਿਲੀਆਂ ਹਨ ਤੇ ਤੁਸੀਂ ਪੇਟ ਭਰ ਕੇ ਖਾਧਾ। ਨਾਸ਼ਵਾਨ ਭੋਜਨ ਦੇ ਲਈ ਮਿਹਨਤ ਨਾ ਕਰੋ, ਪਰ ਉਸ ਭੋਜਨ ਦੇ ਲਈ ਮਿਹਨਤ ਕਰੋ ਜੋ ਅਨੰਤ ਜੀਵਨ ਤੱਕ ਰਹਿੰਦਾ ਹੈ। ਉਹ ਭੋਜਨ ਮਨੁੱਖ ਦਾ ਪੁੱਤਰ ਤੁਹਾਨੂੰ ਦੇਵੇਗਾ, ਕਿਉਂਕਿ ਉਸ ਉੱਤੇ ਪਿਤਾ ਪਰਮੇਸ਼ਰ ਨੇ ਮੋਹਰ ਲਾਈ ਹੈ। ਉਹਨਾਂ ਨੇ ਯਿਸੂ ਤੋਂ ਪੁੱਛਿਆ, ਪਰਮੇਸ਼ਰ ਦੇ ਕੰਮ ਕਰਨ ਵਾਸਤੇ ਅਸੀਂ ਕੀ ਕਰੀਏ? ਯਿਸੂ ਨੇ ਉੱਤਰ ਵਿੱਚ ਕਿਹਾ, ਪਰਮੇਸ਼ਰ ਦਾ ਕੰਮ ਇਹ ਹੈ ਜਿਸ ਨੂੰ ਉਸਨੇ ਘੱਲਿਆ ਹੈ ਉਸ ਉੱਤੇ ਵਿਸ਼ਵਾਸ ਕਰੋ। ਉਹਨਾਂ ਨੇ ਯਿਸੂ ਨੂੰ ਕਿਹਾ, ਤੁਸੀਂ ਕਿਹੜਾ ਸੰਕੇਤਕ ਚਿੰਨ੍ਹ ਦਿਖਾਉਂਦੇ ਹੋ ਜਿਸ ਨੂੰ ਦੇਖ ਕੇ ਅਸੀਂ ਤੁਹਾਡੇ ਉੱਤੇ ਵਿਸ਼ਵਾਸ ਕਰੀਏ? ਤੁਸੀਂ ਕਿਹੜਾ ਕੰਮ ਕਰੋਗੇ? ਸਾਡੇ ਪੁਰਖਿਆਂ ਨੇ ਉਜਾੜ ਵਿੱਚ ਮੰਨਾ ਖਾਧਾ ਸੀ, ਜਿਸ ਤਰ੍ਹਾਂ ਧਰਮ ਗ੍ਰੰਥ ਵਿੱਚ ਲਿਖਿਆ ਹੋਇਆ ਹੈ, ਉਸਨੇ ਉਹਨਾਂ ਨੂੰ ਖਾਣ ਲਈ ਸਵਰਗ ਵਿੱਚੋਂ ਰੋਟੀ ਦਿੱਤੀ। ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ ਕਿ ਜੋ ਮੂਸਾ ਨੇ ਤੁਹਾਨੂੰ ਰੋਟੀ ਦਿੱਤੀ ਸੀ ਉਹ ਸਵਰਗੀ ਰੋਟੀ ਨਹੀਂ ਸੀ, ਸਗੋਂ ਮੇਰਾ ਪਿਤਾ ਅਸਲੀ ਸਵਰਗੀ ਰੋਟੀ ਤੁਹਾਨੂੰ ਦਿੰਦਾ ਹੈ। ਪਰਮੇਸ਼ਰ ਦੀ ਰੋਟੀ ਉਹ ਹੈ ਜੋ ਸਵਰਗ ਤੋਂ ਉਤਰ ਕੇ ਸੰਸਾਰ ਨੂੰ ਜੀਵਨ ਦਿੰਦਾ ਹੈ। ਉਹਨਾਂ ਨੇ ਯਿਸੂ ਨੂੰ ਕਿਹਾ, ਸ਼੍ਰੀਮਾਨ ਜੀ ਇਹ ਰੋਟੀ ਸਾਨੂੰ ਨਿੱਤ ਦਿਆ ਕਰੋ। ਯਿਸੂ ਨੇ ਉਹਨਾਂ ਨੂੰ ਕਿਹਾ, ਜੀਵਨ ਦੀ ਰੋਟੀ ਮੈਂ ਹੀ ਹਾਂ। ਜੋ ਮੇਰੇ ਕੋਲ ਆਉਂਦਾ ਹੈ ਉਹ ਕਦੀ ਭੁੱਖਾ ਨਾ ਹੋਵੇਗਾ, ਜੋ ਮੇਰੇ ਉੱਤੇ ਵਿਸ਼ਵਾਸ ਕਰਦਾ ਹੈ ਕਦੀ ਤਿਹਾਇਆ ਨਾ ਹੋਵੇਗਾ। ਯਿਸੂ ਮਸੀਹ ਨੇ ਦੋਨੇ ਪਾਸੇ ਨੂੰ ਉਹਨਾਂ ਦਾ ਇਸ਼ਾਰਾ ਦੇ ਦਿੱਤਾ ਕਿ ਉਹ ਆਉਣ ਵਾਲਾ ਨਬੀ ਮੈਂ। ਉਹਨਾਂ ਨੇ ਮਿਰਾਕਲ ਕੀਤਾ, ਉਹੀ ਮਿਰਾਕਲ ਕੀਤਾ ਜੋ ਉੱਥੇ ਹੋ ਰਿਹਾ ਸੀ। ਔਰ ਫਿਰ ਪ੍ਰਭੂ ਯਿਸੂ ਮਸੀਹ ਨੇ ਦੱਸਿਆ ਕਿ ਉਹ ਜੀਵਨ ਦੀ ਰੋਟੀ ਮੈਂ। ਸੋ ਇੱਥੇ ਆ ਕੇ ਜਿਹੜਾ ਸਪਤਾਹਾਂ ਦਾ ਵੱਡਾ ਤਿਉਹਾਰ ਸੀਗਾ ਉਹ ਪ੍ਰਭੂ ਯਿਸੂ ਮਸੀਹ ਦੇ ਵਿੱਚ ਇੱਥੇ ਪੂਰਾ। ਪਹਿਲੀ ਫਸਲ ਦਾ ਜਿਹੜਾ ਤਿਉਹਾਰ ਸੀ ਉਹ ਪ੍ਰਭੂ ਯਿਸੂ ਮਸੀਹ ਦੇ ਵਿੱਚ ਪੂਰਾ।
ਹੁਣ ਕੱਲ ਨੂੰ ਅਸੀਂ ਪਸਾਹ ਦਾ ਤਿਉਹਾਰ, ਕੱਲ ਨੂੰ ਅਸੀਂ ਮਾਫ ਕਰਨਾ, ਕੱਲ ਨੂੰ ਅਸੀਂ ਡੇਰਿਆਂ ਦਾ ਤਿਉਹਾਰ ਦੇਖਾਂਗੇ, ਜੋ ਇਸ ਚੀਜ਼ ਨੂੰ ਦਿਖਾਉਂਦਾ ਕਿ ਅਸੀਂ 40 ਸਾਲ ਜਿਹੜੇ ਆ ਉਹ ਅਸੀਂ ਰਹੇ ਹੈਗੇ ਆ ਤੰਬੂਆਂ ਦੇ ਵਿੱਚ ਰਹੇ, ਉਹ ਉਸ ਚੀਜ਼ ਨੂੰ ਦਰਸਾਉਂਦਾ। ਸੋ ਕੱਲ ਨੂੰ ਅਸੀਂ ਡੇਰਿਆਂ ਦਾ ਤਿਉਹਾਰ ਦੇਖਾਂਗੇ ਕਿ ਪ੍ਰਭੂ ਦਾ ਆਤਮਾ ਕਿਸ ਤਰ੍ਹਾਂ ਉਹਨਾਂ ਦੇ ਨਾਲ ਨਾਲ ਚੱਲਦਾ ਸੀ, ਪ੍ਰਭੂ ਦਾ ਆਤਮਾ ਉਸ ਨੂੰ ਕਿੱਦਾਂ ਸੰਭਾਲਦਾ ਸੀ। ਤੇ ਪ੍ਰਭੂ ਨੇ ਡੇਰਿਆਂ ਦਾ ਤਿਉਹਾਰ ਵੀ ਪ੍ਰਭੂ ਨੇ ਆਪਣੇ ਆਪ ਦੇ ਵਿੱਚ। ਸੋ ਉਸ ਤੋਂ ਬਾਅਦ ਫਿਰ ਅਸੀਂ ਅੱਗੇ ਆਓ। ਪਿਆਰੇ ਪ੍ਰਭੂ ਤੇਰਾ ਬਹੁਤ ਸ਼ੁਕਰ ਕਰਦੇ ਹਾਂ ਖੁਦਾਵੰਦ, ਇਹ ਸਾਰੀਆਂ ਚੀਜ਼ਾਂ ਜੋ ਅਸੀਂ ਦੇਖ ਸਕਦੇ ਹਾਂ, ਇਹ ਕੋਈ ਇਨਸਾਨ ਆਪਣੀ ਬੁੱਧ ਦੇ ਨਾਲ ਨਹੀਂ ਲਿਖ ਸਕਦਾ, ਚਾਹੇ ਉਹ ਜਿੰਨਾ ਮਰਜੀ ਪ੍ਰਭੂ ਜੀ ਧਰਤੀ ਤੇ ਬੁੱਧੀਮਾਨ ਹੋਵੇ, ਉਹ ਇਸ ਤਰ੍ਹਾਂ ਦੀਆਂ ਚੀਜ਼ਾਂ ਨਹੀਂ ਲਿਖ ਸਕਦਾ। ਅਸੀਂ ਤੇਰਾ ਸ਼ੁਕਰ ਕਰਦੇ ਹਾਂ ਖੁਦਾਵੰਦ, ਇਹ ਤਾਂ ਸਭ ਕੁਛ ਤੂੰ ਉਹਨਾਂ ਲੋਕਾਂ ਦੇ ਰਾਹੀਂ ਲਿਖਵਾਈਆਂ ਜੋ ਪ੍ਰਭੂ ਜੀ ਇੰਨੇ ਬੁੱਧੀਮਾਨ ਵੀ ਨਹੀਂ ਸੀ। ਤੇਰੀ ਆਤਮਾ ਨੇ ਇਹ ਸਭ ਕੁਛ, ਤੇਰੀ ਆਤਮਾ ਸਾਨੂੰ ਦਿਖਾ ਰਹੀ ਆ ਕਿ ਕਿਸ ਤਰ੍ਹਾਂ ਪੁਰਾਣਾ ਨੇਮ ਤੇ ਨਵਾਂ ਨੇਮ ਇੱਕ ਦੂਸਰੇ ਤੋਂ ਵੱਖ ਨਹੀਂ, ਪਰ ਪੁਰਾਣਾ ਨੇਮ ਨੂੰ ਪੂਰਾ ਕਰਨ ਵਾਲਾ ਪ੍ਰਭੂ ਯਿਸੂ ਆ। ਉਹੀ ਯਿਸੂ ਪੁਰਾਣੇ ਨੇਮ ਦੇ ਵਿੱਚ ਤੇ ਉਹੀ ਯਿਸੂ ਨਵੇਂ ਨੇਮ ਦੇ ਵਿੱਚ। ਉਹੀ ਰੋਟੀ ਉਹਨਾਂ ਨੂੰ 40 ਸਾਲ ਦੇ ਰਿਹਾ ਤੇ ਉਸੇ ਨੇ ਪਸਾਹ ਦੇ ਤਿਉਹਾਰ ਦੇ ਲਾਗੇ ਉਹ ਰੋਟੀਆਂ ਮਗਾ ਕੇ ਦਿੱਤੀਆਂ। ਅਸੀਂ ਤੇਰਾ ਸ਼ੁਕਰ ਕਰਦੇ ਹਾਂ, ਅਸੀਂ ਤੇਰਾ ਸ਼ੁਕਰ ਕਰਦੇ ਹਾਂ ਕਿ ਅਸੀਂ ਉਸ ਪ੍ਰਭੂ ਦੇ ਹੱਥਾਂ ਦੇ ਵਿੱਚ ਜੋ ਸਾਡੀ ਬਰਕਤ ਆ, ਜੋ ਸਾਡੇ ਲਈ ਸਾਡੀ ਕਿਰਪਾ ਦਾ, ਪ੍ਰਭੂ ਜੀ ਕਿਰਪਾ ਦਾ ਸੋਮਾ ਆ, ਔਰ ਸਾਡੀ ਹਰ ਚੀਜ਼ ਦਾ, ਹਰ ਭਲਾਈ ਜਿਸ ਦੇ ਵਿੱਚ ਪੂਰੀ। ਪਿਆਰੇ ਪ੍ਰਭੂ ਤੂੰ ਸਾਡੇ ਨਾਲ ਬਣਿਆ, ਤੇਰੀ ਰਾਖੀ, ਤੇਰਾ ਰਹਿਮ, ਤੇਰੀ ਦਇਆ ਸਾਡੇ ਸਭ ਦੇ ਨਾਲ ਬਣੀ, ਤੇਰੀ ਨਜ਼ਦੀਕੀ ਸਾਡੇ ਸਭ ਦੇ ਨਾਲ ਬਣੀ। ਸਾਨੂੰ ਬੁਰੇ ਔਰ ਬੁਰਾਈ ਤੋਂ ਬਚਾਏ ਔਰ ਆਪਣੀ ਨਜ਼ਦੀਕੀ ਚ ਬਣਾ ਕੇ ਜਦ ਤੱਕ ਅਸੀਂ ਦੁਆਰਾ ਮਿਲੀਏ। ਪਿਆਰੇ ਪ੍ਰਭੂ ਤੇਰਾ ਰਹਿਮ ਸਾਡੇ ਸਭ ਦੇ ਉੱਤੇ ਬਣੇ ਰਹੇ। ਪ੍ਰਭੂ ਯਿਸੂ ਮਸੀਹ ਦੇ ਮਿੱਠੇ ਹੋਏ ਨਾਮ ਤੇ ਕੱਲ ਨੂੰ 18वें चैप्टर तक जैसे इसमें जाना, बस सारे बरकत वाले चैप्टर, सारे बड़ी रहने वाले चैप्टर, और ਅਸੀਂ ਹੁਣ ਦੇਖਣਾ ਸ਼ੁਰੂ ਕਰ ਦੇਣਾ ਕਿ ਕਿਸ ਤਰ੍ਹਾਂ ਇਹ ਵੱਡੀਆਂ ਚੀਜ਼ਾਂ ਪ੍ਰਭੂ ਯਿਸੂ ਮਸੀਹ ਦੇ ਵਿੱਚ ਪੂਰੀਆਂ। ਪ੍ਰਭੂ ਤੁਹਾਨੂੰ ਬਰਕਤ ਦੇ, ਤੁਹਾਡੇ ਸਾਰਿਆਂ ਦੇ ਨਾਲ।